ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੱਟੀ ਸਾਹਿਬ ਮੇਰੇ ਨਾਲ ਹਾਜ਼ਰ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸੈਗਮੈਂਟ ਦੇ ਵਿੱਚ ਇੱਕ ਅੱਧੇ ਮਿੰਟ ਦੀ ਆਪਾਂ ਰੋਕ ਕੇ ਬ੍ਰੇਕ ਲੈ ਲਾਂਗੇ, ਪਰੰਤੂ ਹੁਣ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਪੱਟੀ ਸਾਹਿਬ ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਕੀ ਹਾਲ ਚਾਲ, ਠੀਕ ਠਾਕ ਹੋ? ਬੜੀ ਕਿਰਪਾ ਜੀ, ਤੁਸੀਂ ਸੁਣਾਓ। ਲਓ ਜੀ, ਫੌਜਾਂ ਜਿੱਤ ਕੇ ਆ ਰਹੀਆਂ ਨੇ ਔਰ ਜਿੱਤ ਦੇ ਨਗਾਰੇ ਵੱਜਦੇ ਆ ਰਹੇ ਨੇ, ਔਰ ਇਹ ਨਗਾਰੇ ਸਿੱਧੇ ਜਿਹੜੇ ਨੇ ਪੰਜਾਬ, ਹਰਿਆਣਾ, ਉੱਤਰਾਖੰਡ, ਯੂਪੀ, ਵੱਖ-ਵੱਖ ਜਿਹੜੇ ਸੂਬਿਆਂ ਤੋਂ ਆਏ ਨੇ, ਆਪੋ ਆਪਣੇ ਵਤਨਾਂ ਨੂੰ, ਆਪੋ ਆਪਣੇ ਸੂਬਿਆਂ ਨੂੰ ਵਾਪਸ ਜਾਣਗੇ। ਪਰੰਤੂ 13 ਨੂੰ ਪੁੱਜੇਗਾ ਕਿਸਾਨ ਮਜ਼ਦੂਰ ਫਤਿਹ ਮਾਰਚ। ਦਿੱਲੀ ਤੋਂ ਅੰਮ੍ਰਿਤਸਰ ਪੁੱਜਣ ਲਈ ਲੱਗਣਗੇ 4 ਦਿਨ। ਇਹ ਫਤਿਹ ਮਾਰਚ ਬੜਾ ਲੰਬਾ ਹੋ ਜਾਣਾ ਔਰ ਹਰ ਬੰਦਾ ਜਿਹੜਾ ਹੈ ਇਹਦੇ ਵਿੱਚ ਪਹੁੰਚਣ ਵਾਸਤੇ ਉਤਾਵਲਾ। ਵੱਖ-ਵੱਖ ਖਬਰਾਂ ਸਾਡੇ ਕੋਲ ਪਹੁੰਚ ਰਹੀਆਂ ਨੇ। ਦਿੱਲੀ ਤੋਂ ਅੰਮ੍ਰਿਤਸਰ ਪੁੱਜਣ ਲਈ ਜਿਹੜੇ 4 ਦਿਨ ਨੇ, ਇਹ ਹੌਲੀ ਹੌਲੀ ਪੜਾਅ ਦਰ ਪੜਾਅ 15 ਦਸੰਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਪਹੁੰਚਣਾ ਹੈ ਔਰ ਸ਼੍ਰੋਮਣੀ ਕਮੇਟੀ ਬਈ ਹੁਣ ਸਵਾਗਤ ਵੀ ਕਰੇਗੀ ਤੇ ਸਨਮਾਨਿਤ ਵੀ ਕਰੇਗੀ। ਕੀ ਕਹਿਣਾ ਚਾਹੋਗੇ? ਕਹਿੰਦੇ ਫੁੱਲ ਬੜੀ ਵੱਡੀ ਤਾਦਾਦ ਦੇ ਵਿੱਚ ਪੰਜਾਬੀਆਂ ਨੇ ਇਕੱਠੇ ਕਰ ਲਏ ਨੇ, ਜਿਹੜੀ ਵਰਖਾ ਹੋਣੀ ਹੈ ਇਹ ਜੇਤੂ ਕਾਫਲੇ ਤੇ। ਹਾਂਜੀ, ਬਕਾਇਦਾ ਤੌਰ ਤੇ ਜੀ ਜਿਹੜਾ ਫਤਿਹ ਮਾਰਚ ਆ ਉਹ ਬਕਾਇਦਾ ਤੌਰ ਤੇ ਦਿੱਲੀ ਤੋਂ ਰਵਾਨਾ ਹੋ ਚੁੱਕਾ ਹੈ। ਨਕਾਰਿਆਂ, ਨਗਾਰਿਆਂ, ਤੂਤੀਆਂ ਤੇ ਬੈਂਡ ਵਾਲੇ ਤੇ ਸ਼ਾਮਲ ਗਵਾਜਾਂ ਦੀ ਆਵਾਜ਼ ਵਿੱਚ ਇਸ ਨੂੰ ਤੋਰਿਆ ਗਿਆ। ਉਹ ਧੜਕੇ ਨਾਲ ਤੁਰਿਆ ਤੇ ਜਿਹੜਾ ਕਿਸਾਨ ਮਜ਼ਦੂਰ ਫਤਿਹ ਮਾਰਚ ਆ ਉਹ ਵੀ ਇਹਦੇ ਪਿੱਛੇ ਲਿਖਣ ਆ ਗਿਆ। ਇਹ 2 ਮਾਰਚ ਨੇ। ਇੱਕ ਨਿਹੰਗ ਸਿੰਘ ਆਪਣੇ ਲੈਵਲ ਤੇ ਕੱਢ ਰਿਹਾ ਤੇ ਇਹ ਜਿਹੜਾ ਫਤਿਹ ਮਾਰਚ ਇਹ ਰਾਤ ਨੂੰ ਆ ਕੇ ਫਤਿਹਗੜ੍ਹ ਸਾਹਿਬ ਲੁਕੇਗਾ ਤੇ ਸ਼ੰਭੂ ਬੈਰੀਅਰ ਤੇ ਜਿੱਥੋਂ ਐਂਟਰ ਕਰਦਿਆਂ ਹੀ ਇਹਨਾਂ ਦੇ ਉੱਤੇ ਬਕਾਇਦਾ ਤੌਰ ਤੇ ਜਿਹੜੀਆਂ ਕੈਨਨ, ਵਾਟਰ ਕੈਨਨ ਸੀ ਜਿਨ੍ਹਾਂ ਬਰਸਾਤ ਕੀਤੀ ਸੀਗੀ, ਉਹਦੀ ਜਗ੍ਹਾ ਤੇ ਅੱਜ ਫੁੱਲਾਂ ਦੀ ਬਰਸਾਤ ਹੋਈ। ਸ਼ੰਭੂ ਬੈਰੀਅਰ ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ, ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਤੇ ਰਾਤ ਇਹ ਫਤਿਹਗੜ੍ਹ ਸਾਹਿਬ ਠਹਿਰੇਗਾ ਤੇ ਉਸ ਤੋਂ ਅਗਲੇ ਦਿਨ ਫਿਰ ਤੋਂ ਚੱਲ ਕੇ ਤੇ ਅੰਮ੍ਰਿਤਸਰ ਆਏ। ਜਿਹੜਾ ਕਿਸਾਨ ਮਜ਼ਦੂਰ ਫਤਿਹ ਮਾਰਚ ਹੈ ਜਿਹਦੀ ਅਗਵਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਰਨਗੇ, ਉਹਨਾਂ ਦੇ ਨਾਲ ਹੋਣਗੇ ਬਾਬਾ ਰਾਜਾ ਰਾਮ ਸਿੰਘ। ਅੱਛਾ ਜੀ, ਇਹ ਨਿਹੰਗ ਸਿੰਘਾਂ ਵਾਲਾ। ਨਿਹੰਗ ਸਿੰਘਾਂ ਵਾਲਾ ਉਹਨਾਂ ਨੇ ਅੱਜ ਸਵੇਰੇ ਪਹਿਲਾਂ ਮੱਥਾ ਟੇਕਣਾ ਸੀ ਤੇ ਬੰਗਲਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਇੱਥੋਂ ਰਵਾਨਾ ਹੋਣਾ ਸੀ ਤੇ ਉਹਨਾਂ ਦੇ 4 ਪੜਾਅ ਨੇ। ਉਹਨਾਂ ਦਾ ਮਾਰਚ ਜਿਹੜਾ ਅੱਜ ਪਾਣੀਪਤ ਰੁਕੇਗਾ, ਕੱਲ ਫਤਿਹਗੜ੍ਹ ਰੁਕੇਗਾ, ਪਰਸੋਂ ਲੁਧਿਆਣੇ ਰੁਕੇਗਾ ਤੇ ਫਿਰ ਕਰਤਾਰਪੁਰ ਸਾਹਿਬ ਦੇਖੇਗਾ ਤਾਂ ਉਹਨੂੰ ਅਗਲੇ ਦਿਨ 15 ਤਰੀਕ ਨੂੰ ਪੁੱਜੇਗਾ। ਲੈ ਬੱਲੇ। ਇਹ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਫਤਿਹ ਮਾਰਚ ਤੇ ਹੈਗਾ, ਲੇਕਿਨ ਇਹਦੀਆਂ ਯਾਦਾਂ ਜਿਹੜੀਆਂ ਨਾ ਇਸ ਮੋਰਚੇ ਦੀਆਂ ਉਹ ਬੜੀਆਂ ਡੂੰਘੀਆਂ ਰਹਿਣਗੀਆਂ। ਉਹ ਬਜ਼ੁਰਗ ਸਾਡੇ ਜਿਹੜੇ 50 ਸਾਲ ਤੋਂ ਉੱਪਰ ਬਜ਼ੁਰਗ ਸੀ, 60 ਸਾਲ ਦੇ ਸੀ, 70 ਸਾਲ ਦੇ, ਜਿਨ੍ਹਾਂ ਉੱਤੇ ਆਪਣੀ ਜ਼ਿੰਦਗੀ ਜਿਹੜੀ 1 ਸਾਲ ਪੂਰੀ 378 ਦਿਨ ਬਿਤਾਏ, ਜਿਨ੍ਹਾਂ ਨੇ ਉੱਥੇ ਪੁਲਿਸੀਆ ਡਾਂਗਾਂ ਵੀ ਚੱਲੀਆਂ, ਵਿਛਾੜਾਂ ਪਾਣੀ ਦੀਆਂ ਵੀ ਚੱਲੀਆਂ, ਸਭ ਕੁਝ ਚੱਲਿਆ ਆਪਣੇ ਸਰੀਰ ਦੇ। ਬਿਲਕੁਲ ਬਿਲਕੁਲ। ਇੱਕ ਪਿੰਡ ਵਸਾਤਾ ਸੀ ਜਾ ਕੇ ਉਹਦੇ ਸਿੰਘੂ ਬਾਰਡਰ ਤੇ ਅੱਜ ਵੀ ਜੋ ਰਵਾਨਾ ਹੋਏ ਤੇ ਫਿਰ ਮੰਜ਼ਰ ਜਿਹੜਾ ਸੀ ਉਹੋ ਜਿਹਾ ਸੀਗਾ ਕਿ ਵਧਾਈ ਵਾਲਾ। ਜਦੋਂ ਕਿਸੇ ਨੂੰ ਵਧਾਈ ਦਿੰਦੇ ਆ ਤੇ ਫਿਰ ਹੰਝੂਆਂ ਨਾਲ ਅਸੀਂ ਦਿੰਦੇ, ਭਾਵੇਂ ਉਹ ਖੁਸ਼ੀ ਦੇ ਹੋਣ ਤੇ ਭਾਵੇਂ ਉਹ ਗਮੀ ਦੇ ਹੋਣ ਤੇ ਭਾਵੇਂ ਉਹ ਵਿਛੋੜੇ ਦੇ। ਉਹਨਾਂ ਨਾਲ ਬਕਾਇਦਾ ਤੌਰ ਤੇ ਦਿੱਤਾ ਗਿਆ ਔਰ ਇਹਦੇ ਪਿਛੋਕੜ ਜਾਈਏ ਤੇ ਨਵਰੀਤ ਸਿੰਘ ਵਰਗੇ ਨੌਜਵਾਨ ਜਿਨ੍ਹਾਂ ਨੇ ਆਪਣੀ ਟਰਾਲੀ ਤੋਂ ਛਾਲ ਮਾਰ ਕੇ ਉਹਦਾ ਕੈਨਨ ਦਾ ਮੂੰਹ ਦੂਜੇ ਪਾਸੇ ਕੀਤਾ ਸੀ ਤੇ 18 ਪਰਚੇ ਦਰਜ। 18 ਪਰਚੇ ਉਸ ਵਿਅਕਤੀ ਤੇ 18 ਪਰਚੇ ਦਰਜ ਨੇ। ਹੁਣ ਕਿਸਾਨ ਮੋਰਚੇ ਵਾਲੇ ਵੇਖੋ ਕੀ ਕਰਦੇ, ਉਹ ਸਾਰੇ ਵਾਪਸ ਕਰਾਉਂਦੇ ਕਿ ਨਹੀਂ ਕਰਾਉਂਦੇ। ਕਹਿੰਦਾ ਮੈਨੂੰ ਕੋਈ ਗਿਲਾ ਨਹੀਂ, ਮੈਨੂੰ ਕੋਈ ਮਲਾਲ ਨਹੀਂ ਹੈਗਾ, ਲੇਕਿਨ ਮੈਨੂੰ ਜਿੱਤ ਦੀ ਖੁਸ਼ੀ ਤੇ ਸੀ, ਜਿੱਤ ਕੇ ਘਰੋਂ ਜਾ ਰਹੇ। ਵਾਹ, ਬਿਲਕੁਲ ਬਿਲਕੁਲ। ਪਰਚੇ ਚੱਲਦੇ ਰਹਿੰਦੇ, ਕੋਈ ਗੱਲ ਨਹੀਂ, ਜ਼ਿੰਦਗੀ ਬੜੀ ਲੰਮੀ ਹੈ, ਪਰਚੇ ਭੁਗਤਣਾ। ਕਿਆ ਬਾਤ। ਇਸ ਕਰਕੇ ਸਾਡੇ ਜਿਹੜੇ ਬਜ਼ੁਰਗ ਨੇ ਉਹ ਵੀ ਪੂਰੇ ਉਤਸ਼ਾਹ ਦੇ ਵਿੱਚ ਨੇ। ਉਹ ਕਹਿੰਦੇ ਜੀ ਜੀਤ ਨਹੀਂ ਸੀ ਕਰਦਾ ਜਾਣ ਨੂੰ, ਪਰ ਹੁਣ ਜਿੱਤ ਦੇ ਨਜ਼ਾਰੇ ਵਿਦਾ ਕੇ ਘਰੋਂ ਜਾਣੇ ਆ ਤਾਂ ਸਾਡੀਆਂ ਟਰਾਲੀਆਂ ਜਿਹੜੀਆਂ ਸਮਾਨ ਦੀਆਂ ਲੱਦੀਆਂ ਏਦਾਂ ਦੀਆਂ ਏਦਾਂ ਖੜੀਆਂ ਰਹਿਣਗੀਆਂ ਜਿੰਨਾ ਚਿਰ ਸਾਡੀਆਂ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ। ਤੇ ਜਦੋਂ ਲੋੜ ਪਈ, ਜਦੋਂ ਸਾਡੇ ਆਗੂ ਕਹਿਣਗੇ ਤੇ ਫੌਜਾਂ ਉਸੇ ਵੇਲੇ ਚਾਲੇ ਪਾ ਦੇਣਗੇ, ਫਿਰ ਦਿੱਲੀ ਨੂੰ ਵੇਖਾਂਗੇ ਕੀ ਭਾਤ ਹੋਊਗੀ। ਪੱਟੀ ਸਾਹਿਬ, ਸੌਰੀ ਟੂ ਇੰਟਰਪਟ ਯੂ, ਪਰ ਜੇ
ਟਰਾਲੀਆਂ ਇਦਾਂ ਹੀ ਖੜੀਆਂ ਰਹਿਣੀਆਂ ਤੇ ਫਿਰ ਪੱਕੇ ਬਣਾਏ ਹੋਏ ਰੈਣ ਬਸੇਰੇ ਜਿਹੜੇ ਨੇ ਉਹ ਢਾਉਣ ਦੀ ਕੀ ਲੋੜ ਸੀ? ਜੇ ਇੰਨਾ ਅਜੇ ਦਿਲ ਦੇ ਵਿੱਚ ਮਾੜਾ ਮੋਟਾ ਕੋਈ ਸ਼ੱਕ ਸ਼ੁਬਾ ਹੈਗਾ ਤੇ ਫਿਰ ਉਹ ਕਾਲੀ ਢਾਉਣੇ ਸੀ, ਉਦਾਂ ਹੀ ਖੜੇ ਰਹਿੰਦੇ ਵੀ ਇਹ ਸਾਡੀ ਅਜੇ ਖੜੇ ਰਹਿਣ ਦਿਓ, ਤੇ ਜਦੋਂ ਸਾਰਾ ਕੋਈ ਹਟ ਜੂ ਫਿਰ ਅਸੀਂ ਢਾਲਾਂਗੇ ਆ ਕੇ। ਚਾਵਲਾ ਸਾਹਿਬ ਜੇ ਇਹ ਨਾ ਢਾਉਂਦੇ ਤੇ ਉਹਨਾਂ ਤੇ ਬਲਡੋਜ਼ਰ ਸਰਕਾਰ ਨੇ ਵੀ ਫੇਰਨੇ ਸੀਗੇ। ਉਹਨਾਂ ਸਰਕਾਰ ਨੂੰ ਮੌਕਾ ਦਿੱਤਾ ਬੁਲਡੋਜ਼ਰ ਫੁਰਨਾ। ਮੈਂ ਕਿਹਾ ਜਿਸ 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 ਹਾਲਤ ਚ ਅਸੀਂ ਫਿਰ ਰਹਿ ਕੇ ਗਏ ਆ, ਜਿਸ ਹਾਲਤ ਚ ਸੜਕਾਂ ਨਹੀਂ ਸੀ, ਇਹ ਪਾਰਕ ਲੈ ਕੇ ਉਸੇ ਹਾਲਤਾਂ ਨੂੰ ਵਾਪਸ ਕਰਾਂਗੇ। ਵੱਡੀ ਸੋਚ ਆ ਫਿਰ ਤੇ। ਦੂਸਰੀ ਚੀਜ਼, ਹੁਣ ਅਗਲਾ ਮੋਰਚਾ ਸਿੰਧੂ ਬਾਰਡਰ ਲੱਗਦਾ ਕਿ ਉੱਥੇ ਰਾਮਲੀਆ ਗਰਾਊਂਡ ਲੱਗਦਾ, ਇਹ ਨਹੀਂ ਪਤਾ ਕਿੱਥੇ ਲੱਗਣਾ। ਇਸ ਕਰਕੇ ਉਹਨਾਂ ਆਪਣੀ ਸੋਚ ਦੇ ਮੁਤਾਬਕ ਜੋ ਕੀਤਾ ਠੀਕ ਕੀਤਾ। ਮੈਂ ਸੋਚਦਾ ਕਿ ਇਹ ਜੀ ਵੱਡੀ ਬੜੀ ਤਕੜੀ ਜਿੱਤ ਆ ਤੇ ਕਿਸਾਨਾਂ ਦੀ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਏਡੀ ਵੱਡੀ ਜਿੱਤ ਹੋਈ ਹੈ ਕਿਸਾਨਾਂ ਦੀ। ਤੇ ਜਦੋਂ ਕਿਤੇ ਇੰਟਰਨੈਸ਼ਨਲ ਲੈਵਲ ਤੇ ਬਕਾਇਦਾ ਤੌਰ ਤੇ ਵੀ ਬੁੱਕ ਲਿਖੀ ਜਾਊਗੀ ਤੇ ਉੱਥੇ ਇਹਨਾਂ ਕਿਸਾਨਾਂ ਦੀ ਪਹਿਲੇ ਪੇਜ ਤੇ ਤਸਵੀਰ ਛਪੇਗੀ ਵੀ ਇਹ ਯੋਧੇ ਨੇ ਲੜਨ ਵਾਲੇ। ਤੇ ਉਹਦੇ ਵਿੱਚ ਜਦੋਂ ਪਗੜੀਦਾਰੀ ਤੇ ਦਾੜੀ ਵਾਲੇ ਸਰਦਾਰ ਦਿਖੇ ਲੋਕ ਪੁੱਛਣਗੇ ਇਹ ਕੌਣ? ਪੱਟੀ ਸਾਹਿਬ ਬੜੇ ਮਤਲਬ 25-25 ਸਾਲ ਤੋਂ ਬੜੇ ਬਿਜ਼ਨਸਮੈਨਾਂ ਦੇ ਨਾਲ, ਬੜੇ ਸਰੋਤਿਆਂ ਦੇ ਨਾਲ, ਬੜੇ ਹੁਣ ਨਵੇਂ ਬਣੇ ਦਰਸ਼ਕਾਂ ਦੇ ਨਾਲ, ਜਿਹੜੇ ਪੁਰਾਣੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਤਾਂ ਸਾਡੀਆਂ ਯਾਦਾਂ ਤਾਜ਼ੀਆਂ ਹੈ ਹੀ ਹੈ। ਉਹਨਾਂ ਦੇ ਤਾਂ ਹੌਸਲਾ ਭਰੇ ਫੋਨ ਆਉਂਦੇ ਹੀ ਰਹਿੰਦੇ ਨੇ। ਉਹ ਗਾਹੇ ਬਗਾਹੇ ਮਿਲਦੇ, ਉੜ ਕੇ ਮਿਲਦੇ ਨੇ, ਉਹ ਅੱਖਾਂ ਤੋਂ ਪਛਾਣ ਲੈਂਦੇ ਨੇ, ਬੋਲ ਤੋਂ ਪਛਾਣ ਲੈਂਦੇ ਨੇ। ਅੱਜ ਮੈਂ ਕਿਸੇ ਦੁਕਾਨਦਾਰ ਤੇ ਆਪਣੇ ਮੰਥਲੀ ਜਿਹੜੀ ਪੇਮੈਂਟ ਹੁੰਦੀ ਸਾਡੀ ਲੈਣ ਜਾਣਦੇ ਆ, ਤੇ ਉਹ ਦੁਕਾਨਦਾਰ ਬਿਜੀ ਸੀ, ਫੋਨ ਤੇ ਸੀ ਸੈਕਟਰੀ ਨੂੰ, ਮਤਲਬ ਐਡਾ ਮਤਲਬ ਮੈਂ ਨਾ ਹੀ ਲੈ ਦਿੰਦਾ ਕੋਆ ਪਾੜੋ ਬੜੀ ਸ਼ਾ। ਮੈਨੂੰ ਇੱਕ ਵਾਰ ਵੀ ਕਿਤੇ ਵੇਟ ਨਹੀਂ ਕਰਨਾ ਪਿਆ। ਪ੍ਰਾਊਡ ਸਪਾਂਸਰ ਨੇ ਤੇ ਚੈੱਕ ਵੀ ਬੜਾ ਬਾਬੇ ਦੀ ਕਿਰਪਾ ਦੇ ਨਾਲ ਆਪ ਕਹਿ ਕੇ ਉਹਨਾਂ ਨੇ ਸਾਡੇ ਪੈਸੇ ਹਰ ਸਾਲ ਉਹ ਵਧਾ ਦਿੰਦੇ ਨੇ। ਕਾਹਦੀ ਬਦੌਲਤ? ਸਾਡੇ ਦਰਸ਼ਕਾਂ, ਸਾਡੇ ਸਰੋਤਿਆਂ ਦੀ ਬਦੌਲਤ। ਵੈਸੇ ਹੋਰ ਬਹੁਤ ਸਾਰੇ ਨਾਂ ਨੇ ਜਿਹੜੇ ਮੈਂ ਚਾਹਾਂਗਾ ਕਿ ਬੜਾ ਇੱਜ਼ਤ ਮਾਣ ਸਤਿਕਾਰ ਕਰਦੇ ਨੇ ਤੇ ਕਦੀ ਨਹੀਂ ਮੰਗਣੇ ਪਏ ਪੈਸੇ। ਆਪ ਫੋਨ ਆ ਜਾਂਦਾ ਤੁਹਾਡੇ ਰੈਡੀ ਨੇ ਵੀ ਚੱਕ ਕੇ ਲੈ ਜਾਓ। 97 ਤੋਂ ਜਿਨ੍ਹਾਂ ਦੀ ਮੈਂ ਗੱਲ ਕਰਦਾ, ਉੱਥੇ ਮੈਂ ਸੈਕਟਰੀ ਨੂੰ ਕੁੜੀ ਸਾਹਮਣੇ ਬੈਠੀ ਸੀ, ਆਪਣੀ ਇਨਵਾਇਸ ਪੜਾਈ, ਉਹਨੇ ਚੈੱਕ ਬਣਾ ਕੇ ਤੇ ਉਹ ਭਾਜੀ ਕੁਲਦੀਪ ਨੇ ਫੋਨ ਤੇ ਲੱਗੇ ਸੀ। ਉਹਨਾਂ ਨੇ ਮਤਲਬ ਪਤਾ ਤਾਂ ਲੱਗ ਗਿਆ ਇਹਦਾ ਹੱਥ ਕੇ ਲੱਗਿਆ ਤੇ ਫੋਨ ਤੇ ਲੱਗੇ ਸੀ। ਮੈਂ ਚੈੱਕ ਫੜ ਕੇ ਤੇ ਬਹਿ ਗਿਆ। ਸਾਹਮਣੇ ਇੱਕ ਮੁੰਡਾ ਬੈਠਾ ਸੀ ਮੇਰੇ, ਤੇ ਜਦੋਂ ਮੈਂ ਕੁੜੀ ਨੂੰ ਕਿਹਾ ਥੈਂਕ ਯੂ ਤੇ ਮੈਂ ਵੇਟ ਕਰਦਾ ਪਿਆ, ਬਸ ਮੈਂ 2 ਲਫ਼ਜ਼ ਬੋਲੇ ਆ। ਮਾਸਕ ਮੇਰੇ ਵੀ ਲੱਗਾ, ਐਨਕਾਂ ਵੀ ਮੇਰੇ ਲੱਗੀਆਂ ਨੇ, ਉਹਦੇ ਵੀ ਮਾਸਕ ਲੱਗਾ, ਉਹਦੇ ਵੀ ਐਨਕਾਂ। ਮੈਂ ਉਹਨੂੰ ਨਹੀਂ ਜਾਣਦਾ। ਮੇਰੀ ਹੁਣ ਜਦੋਂ ਮੈਂ ਟੀਵੀ ਉਦੋਂ ਕਰਦਾ ਸੀ, ਮੇਰੀ ਕਲੀਨ ਸ਼ੇਵ ਸੀ। 2 ਲਫ਼ਜ਼ਾਂ 'ਚ ਕਹਿੰਦੇ ਤੁਸੀਂ ਚਾਵਲਾ ਸਾਹਿਬ ਹੋ। ਬਸ 2 ਲਫ਼ਜ਼ ਕਹਿੰਦੇ ਚਾਵਲਾ ਸਾਹਿਬ ਹੋ। ਮੈਂ ਕਿਹਾ ਹਾਂਜੀ। ਕਹਿੰਦੇ ਰੰਗਲਾ ਪੰਜਾਬ ਵਾਲੇ। ਮੈਂ ਕਿਹਾ ਹਾਂਜੀ। ਕਹਿੰਦੇ ਤੁਹਾਡੀ ਆਵਾਜ਼ ਤੋਂ ਪਛਾਣਿਆ। ਮੈਂ 2 ਹੀ ਲਫ਼ਜ਼ ਬੋਲੇ। ਕੁੜੀ ਨੂੰ ਥੈਂਕ ਯੂ ਕਿਹਾ। ਮੈਂ ਕਿਹਾ ਭਾਜੀ ਦੀ ਮੈਂ ਵੇਟ ਕਰਦਾ ਵੀ ਹੁਣ ਇਹ ਤਾਂ ਨਹੀਂ ਵੀ ਚੈੱਕ ਲੈ ਲਿਆ ਤੇ ਉਹ ਫੋਨ ਤੇ ਲੱਗੇ ਤੇ ਮੈਂ ਚੱਲ ਜਾਵਾਂ। ਮੇਰਾ ਵੀ ਫਰਜ਼ ਬਣਦਾ ਉਹਨਾਂ ਦਾ। ਉਹਨਾਂ ਨੇ ਇੱਜ਼ਤ ਮੰਨ, ਇਹ ਤੁਹਾਡੀ ਇੱਕ ਪਹਿਚਾਣ ਹੁੰਦੀ ਹੈ, ਤੁਹਾਡੀ ਇੱਕ ਇੱਜ਼ਤ ਹੁੰਦੀ। ਬਹੁਤ ਸਾਰੇ ਬਿਜ਼ਨਸਮੈਨ ਸਾਨੂੰ ਸਤਿਕਾਰ ਮਾਣ ਦਿੰਦੇ ਨੇ। ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਵਾਪਸ ਉਸ ਵਿਸ਼ੇ ਤੇ ਆਵਾਂ ਕਿ ਤੁਹਾਡੀ ਇੱਕ ਪਹਿਚਾਣ ਹੋ ਜਾਂਦੀ ਹੈ। ਤੁਹਾਡੀ ਇੱਕ ਜਿਹੜੀ ਹੈ ਨਾ ਉਹ ਮਤਲਬ ਦੁਨੀਆ ਦੇ ਵਿੱਚ ਵਿਚਰਦੇ ਹੋ ਜਦੋਂ ਤੁਸੀਂ, ਉਦੋਂ ਤੁਹਾਨੂੰ ਇੱਕ ਮੁਕਾਮ ਤੇ ਜਦੋਂ ਲੋਕ ਪਹੁੰਚਾਉਂਦੇ ਨੇ ਉਹ ਉਹਨਾਂ ਦੀ ਬਦੌਲਤ ਤੁਸੀਂ ਹੁੰਦੇ ਹੋ। ਸੌਰੀ ਮੈਂ ਤੁਹਾਨੂੰ ਇੰਟਰਰਪਟ ਕੀਤਾ ਸੀਗਾ, ਆਪਣੀ ਤੁਸੀਂ ਗੱਲ ਜਾਰੀ ਰੱਖਣੀ। ਮੈਂ ਸਿਰਫ ਉਸ ਵੀਰ ਦਾ ਧੰਨਵਾਦ ਕਰਨਾ ਚਾਹੁੰਦਾ ਸੀਗਾ। ਇੱਕ ਮੈਂ ਗੱਲ ਵਿਸਰ ਗਿਆ ਵਿੱਚੋਂ, ਪਰ ਫਿਰ ਮੈਂ ਕੰਟੀਨਿਊ ਕਰਦਾ। ਤੁਸੀਂ ਆਪਣੀ ਜਾਰੀ ਰੱਖਿਓ ਗੱਲ ਪਲੀਜ਼। ਮੇਰੀ ਗੱਲ ਕੀ ਹੋਰ ਲੰਮੀ ਨਹੀਂ ਸੀ ਹੈਗੀ। ਮੇਰਾ ਸਿਰਫ ਜੋ ਮੈਂ ਕਹਿਣਾ ਸੀ ਉਹ ਕਹਿਤਾ। ਮੇਰਾ ਇਹ ਕਹਿਣ ਤੋਂ ਭਾਵ ਸੀ ਕਿ ਜਦੋਂ ਵੀ ਕਿਤੇ ਕੋਈ ਬੁੱਕਲੈਟ ਕੋਈ ਕਿਸਾਨਾਂ ਤੇ ਇੰਟਰਨੈਸ਼ਨਲ ਲੈਵਲ ਤੇ ਬਕਾਇਦਾ ਤੌਰ ਤੇ ਬੁੱਕ ਲਿਖੀ ਜਾਊਗੀ, ਇਸ ਅੰਦੋਲਨ ਦਾ ਜਿਗ ਤੁਰਨਾ ਤੇ ਉੱਥੇ ਸਾਡੇ ਬਜ਼ੁਰਗ ਬਾਬੇ ਦਾੜੇ ਪ੍ਰਕਾਸ਼ ਕੀਤੇ ਆ, ਅੰਮ੍ਰਿਤਧਾਰੀ ਬਾਗੇ ਗਾਤਰੇ ਪਾਏ ਨੇ, ਸਿਰਾਂ ਤੇ ਮਿਲੀਆਂ ਦਸਤਾਨਾ ਸਹੀ, ਉਹਨਾਂ ਦੀ ਫੋਟੋ ਤੇ ਛਪੂ ਨਾ ਫਰੰਟ ਪੇਜ ਤੇ, ਉਦੋਂ ਦੁਨੀਆ ਭਰ ਦੇ ਲੋਕ ਪੁੱਛਣਗੇ ਕਿ ਲੋਕ ਕੌਣ ਨੇ। ਉੱਥੇ ਫਿਰ ਦੱਸਿਆ ਜਾਊਗਾ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਆਏ ਖਾਲਸਾ, ਇਹਨਾਂ ਦੀਆਂ ਕੁਰਬਾਨੀਆਂ ਕੀ ਨੇ ਉਹ ਵੀ ਦਰਜ ਹੋਣਗੀਆਂ। ਉਸ ਤੋਂ ਬਾਅਦ ਇਹ ਵੀ ਗੱਲ ਨਹੀਂ ਜਿੰਨਾ ਉਹਦੇ ਵਿੱਚ ਵੀ ਕੁਰਬਾਨੀ ਹੋਣਗੀ। ਗੁਰੂ ਸਾਹਿਬ ਦਾ ਜ਼ਿਕਰ ਆਏਗਾ, ਸਾਡੀ ਯੋਧਾ ਦਾ ਜ਼ਿਕਰ ਆਏਗਾ, ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਜ਼ਰੂਰ ਆਏਗਾ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸਾਨਾਂ ਨੂੰ ਕਿਸਾਨ ਬਣਾਇਆ। ਮਜ਼ਾ ਰਿਹਾ ਤੂੰ ਕਿਸਾਨ ਬਣਾਇਆ। ਸਭ ਤੋਂ ਵੱਡੀ ਗੱਲ ਵੇਖ ਕੇ ਕਈ ਵਾਰ ਨਾ ਬੜੀ ਹੈਰਾਨਗੀ ਹੁੰਦੀ ਆ। ਵਜ਼ੀਰ ਖਾਂ ਜਦੋਂ ਮਾਰਿਆ ਗਿਆ ਨਾ ਜੀ, ਸਰਹੰਦ ਤੇ ਕਬਜ਼ਾ ਖਾਲਸਾ ਨੇ ਹੋ ਗਿਆ ਤੇ ਵਜ਼ੀਰ ਖਾਂ ਦੇ ਪਰਿਵਾਰ ਨੂੰ ਕਿਸੇ ਚਪੇੜ ਤੱਕ ਨਹੀਂ ਮਾਰੀ।
ਬਕਾਇਦਾ ਤੌਰ ਤੇ ਇੱਕ ਜਥਾ ਭੇਜਿਆ ਗਿਆ ਕਿ ਦਿੱਲੀ ਛੱਡ ਕੇ ਆਓ ਇਹਨਾਂ ਨੂੰ, ਸਤਿਕਾਰ ਸਾਹਿਬ ਛੱਡ ਕੇ ਆਓ। ਇਹ ਸਾਡਾ ਵਿਰਸਾ। ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਤੇ ਜਦੋਂ ਸਾਡਾ ਸਰੋਵਰ ਦਰਬਾਰ ਸਾਹਿਬ ਦਾ ਪੂਰ ਦਿੱਤਾ ਗਿਆ ਸੀਗਾ, ਗਊਆਂ ਦੇ ਸਿਰ ਸੁੱਟ ਕੇ ਪੂਰ ਦਿੱਤਾ ਗਿਆ ਸੀਗਾ, ਹੋਰ ਕਿਸ ਨੇ ਦਿੱਤਾ ਸੀ? ਜਦੋਂ ਸਿੱਖਾਂ ਨੇ ਫਿਰ ਅਹਿਮਦ ਸ਼ਾਹ ਅਬਦਾਲੀ ਤੇ ਹਮਲਾ ਕੀਤਾ ਤਾਂ ਉਹਦੇ ਸਿੱਖ ਉਹਦੇ ਕੋਈ ਸੈਨਿਕ ਕਾਬੂ ਆ ਗਏ। ਉਹਨਾਂ ਨੂੰ ਬਕਾਇਦਾ ਤੌਰ ਤੇ ਕਿਹਾ ਵੀ ਭਾਈ ਜਿੱਦਾਂ ਪੂਰਿਆ ਜਿੱਦਾਂ ਖਾਲੀ ਕਰ ਦਿਓ। ਬਿਲਕੁਲ ਬਸ ਕੁਛ ਨਹੀਂ ਕਹਿੰਦੇ, ਖਾਲੀ ਵੀ ਉਹਨਾਂ ਕੋ ਕਰਾਇਆ। ਤੇ ਜਦੋਂ ਖਾਲੀ ਕੀਤਾ, ਖਾਲੀ ਕਰ ਤੋਂ ਮੈਨੂੰ ਸਾਨੂੰ ਵੀ ਹੁਕਮ ਆ ਜੀ, ਉਦੋਂ ਕਹਿੰਦੇ ਆਪਣਾ ਧਰਮ ਚੱਲੋ, ਜਾਓ ਇਸ ਕਰੋ ਜੀ। ਅੱਛਾ ਪੱਟੀ ਸਾਡਾ ਵਿਰਸਾ ਸਾਹਿਬ ਜੀ, ਮੈਂ ਗੱਲ ਵਿਸਰ ਗਿਆ ਸੀ ਥੋੜੀ ਜੀ, ਕਿਉਂਕਿ ਬੰਦਾ ਭਾਵੁਕ ਹੁੰਦਾ ਨਾ ਯਕਦਮ, ਤੇ ਉਹ ਜਦੋਂ ਮੈਂ ਉੱਥੋਂ ਨਿਕਲਿਆ ਥੋੜੇ ਤੋਂ ਬਾਅਦ ਮੈਨੂੰ, ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਬੰਦੇ ਮਿਲਦੇ ਨੇ, ਕਹਿੰਦੇ ਜੀ ਹੈਲੋ ਹਾਈ ਹਾਈ ਹੋਈ, ਗੱਡੀਆਂ ਪੈਰਲ ਚੱਲਦੀਆਂ ਪਈਆਂ ਸੀ, ਦੋਨਾਂ ਨੇ ਮੋੜ ਲਈਆਂ ਅਸੀਂ ਪਲਾਜੇ ਦੇ ਵਿੱਚ, ਤੇ ਉੱਥੇ ਗੱਲਬਾਤ ਹੋ ਗਈ ਸ਼ੁਰੂ ਇਹੀ ਮਸਲੇ ਦੀ। ਵੇਖੋ ਕਿੱਥੇ ਤੱਕ ਜਾਂਦੀ ਆ, ਮਤਲਬ ਗੱਡੀ 'ਚ ਤਾਂ ਮਾਸਕ ਅਸੀਂ ਲਾ ਸਕਦੇ ਹਾਂ, ਤੁਹਾਡੇ ਤੇ ਮਾਸਕ ਪਾਉਣਾ ਪੈਂਦਾ ਗੱਡੀ ਦੇ ਵਿੱਚ ਬਹਿ ਕੇ, ਨਹੀਂ ਤੇ ਚਲਾਨ ਆਮ ਤੌਰ ਤੇ ਉੱਥੇ ਲੋਕਾਂ ਨੂੰ ਪੁੱਛਦੇ ਕੋਈ ਨਹੀਂ। ਤੇ ਗੱਲਬਾਤ ਚੱਲੀ ਸਾਡੀ 10 ਕੁ ਮਿੰਟ, ਮਤਲਬ ਚਰਚਾ ਹੋਈ। ਵੇਖੋ ਚੱਲਦੀ ਹੋਈ ਗੱਡੀ ਦੇ ਵਿੱਚ ਆ ਜਾਓ ਜੀ, ਆ ਜਾਓ ਇੱਧਰ ਕਰ ਲੈਂਦੇ ਆ, ਜਾਣ ਪਛਾਣੀ ਆ ਭਗਤ, ਉਹ ਭਗਤ ਜਨ ਫਿੱਕੇ ਫਿੱਕੇ ਪਏ ਨੇ, ਗੱਲ ਉਹਨਾਂ ਕੋਲ ਹੈ ਨਹੀਂ, ਜਵਾਬ ਉਹਨਾਂ ਕੋਲ ਹੈ ਨਹੀਂ। ਜਿਹੜੇ ਕੱਲ ਕਹਿੰਦੇ ਸੀਗੇ ਵੀ ਇਹ ਜਿਹੜੇ ਕਿਸਾਨ, ਜਿਹੜੇ ਕਿਸਾਨ ਬੈਠੇ ਨੇ, ਇਹ ਤਾਂ ਬਸ ਐਵੇਂ ਹੀ ਟਾਈਮ ਵੇਸਟ ਕਰਦੇ ਪਏ ਨੇ। ਤੁਸੀਂ ਵੀ ਬੜਾ ਜ਼ੋਰ ਲਾਉਂਦੇ ਹੋ ਚਾਵਲਾ ਜੀ, ਉਦੋਂ ਕਹਿੰਦੇ ਹੁੰਦੇ ਸੀਗੇ ਭਈ ਤੁਸੀਂ ਸਾਰਾ ਕੁਝ ਪੜ੍ਹਦੇ ਹੋ, ਇੱਕ ਤਰਫਾ ਜਿਹਾ ਲੱਗਦਾ, ਪਰ ਨਹੀਂ, ਅਸੀਂ ਤਾਂ ਬੈਲੈਂਸ ਰੱਖਣ ਦੀ ਕੋਸ਼ਿਸ਼ ਕੀਤੀ, ਤੁਸੀਂ ਵੀ ਸਾਡੇ ਪੱਤਰਕਾਰਾਂ ਨੇ, ਪਰ ਹੁਣ ਜਦੋਂ ਠੱਪੇ ਲੱਗਣੇ ਨੇ ਲੱਗ ਜਾਂਦੇ ਨੇ। ਉਹ ਅੱਜ ਜਵਾਬ ਨਹੀਂ ਦੇ ਸਕਿਆ ਜੀ। ਮੈਂ ਕਿਹਾ ਜੀ ਹੁਣ, ਕਹਿੰਦੇ ਹਾਂ ਬਿਲਕੁਲ ਜੀ, ਪਰ ਵੇਖੋ ਇਹ ਦੇਸ਼ ਦੀ, ਕਹਿੰਦੇ ਜੀ ਖਤਰਾ ਸੀਗਾ ਦੇਸ਼ ਵਾਸਤੇ, ਕੁਝ ਉਹਦੇ ਵਾਸਤੇ ਘੰਟੀ ਜੀ ਖੜਕੀ ਸੀਗੀ, ਨਿੰਮੋ ਝੋਨੇ ਜੀ ਹੋਏ ਨੇ, ਜਵਾਬ ਕੋਈ ਹੈ ਨਹੀਂ, ਪਰ ਖਤਰੇ ਨੂੰ ਲੈ ਕੇ ਤੇ ਜਿਹੜਾ ਹੈ ਉਹ ਇਸ ਕਰਕੇ ਸੋਚਿਆ ਜਾ ਰਿਹਾ ਜੀ, ਦੇਸ਼ ਨੂੰ ਬਹੁਤ ਵੱਡਾ ਖਤਰਾ ਸੀ। ਮੈਨੂੰ ਤਾਂ ਹੁਣ ਇਹ ਲੱਗਦਾ ਕਿ ਤੇ ਆ ਵਿਪਨ ਰਾਵਤ ਵਾਲੀ ਜਿਹੜੀ ਇਹ ਤੇ ਲਿੰਕ ਕਿਤੇ ਇੱਧਰ ਕਰਕੇ ਕਿਤੇ ਤੋੜਾ ਹੀ ਨਾ ਝਾੜਿਆ ਜਾਵੇ। ਕੀ ਕਹਿਣਾ ਚਾਹੋਗੇ? ਨਹੀਂ, ਵਿਪਨ ਰਾਵਤ ਦੀ ਜਿਹੜੀ ਉਹ ਲਗਭਗ ਗੱਲ ਕਹੀ ਹੋ ਚੁੱਕੀ ਹੈ ਜੀ। ਉਹ ਧੁੰਦ ਦੇ ਕਰਕੇ, ਧੁੰਦ ਦੇ ਵਿੱਚ ਹੈਲੀਕਾਪਟਰ ਗਿਆ ਤੋਂ ਦਰਖਤ ਨਾਲ ਟਕਰਾਇਆ ਤੇ ਫਿਰ ਉਹਨੂੰ ਅੱਗ ਲੱਗੀ। ਚਾਈਨਾ ਵਾਲੇ ਪਾਸੇ ਵੀ ਉਂਗਲਾਂ ਉੱਠ ਰਹੀਆਂ ਨੇ, ਜੋ ਮਰਜ਼ੀ ਉੱਠੀ ਜਾਵੇ ਜੀ, ਉਹ ਜੋ ਮਰਜ਼ੀ ਕਰੀ ਜਾਣ। ਜਿਹੜੀ ਬਕਾਇਦਾ ਤੌਰ ਤੇ ਤਿੰਨਾਂ ਸੈਨਾਵਾਂ ਦੀ ਕਮੇਟੀ ਗਈ, ਉਹਨਾਂ ਇਸ਼ਾਰਾ ਇਹ ਕਰ ਦਿੱਤਾ ਵੀ ਇਹ ਇੱਕ ਐਕਸੀਡੈਂਟ ਸੀ। ਸਾਡੇ ਜਿਹੜੇ ਇੱਕ ਬ੍ਰਿਗੇਡੀਅਰ ਸੀ, ਉਹਨਾਂ ਨੇ ਆਵਾਜ਼ ਜ਼ਰੂਰ ਬੁਲੰਦ ਕੀਤੀ ਸੀ, ਪੋਸੀਬਿਲਿਟੀ ਹੈ ਕਿਤੇ ਨਾ ਕਿਤੇ ਕੋਈ ਹੋਰ ਘਟਨਾ ਵਾਪਰ ਸਕਦੀ ਹੈ। ਇਸ ਕਰਕੇ ਹੁਣ ਅਸੀਂ ਇਸ ਗੱਲ ਨੂੰ ਵਧਾਉਣ ਵਾਸਤੇ ਜਿੰਨਾ ਮਰਜ਼ੀ ਲੈ ਜਾਈਏ, ਜੋ ਮਰਜ਼ੀ ਕਰੀਏ। ਹੁਣ ਇੱਕ ਬੰਦਾ ਮੈਨੂੰ ਕਹਿੰਦਾ ਮੈਨੂੰ ਥੋੜ੍ਹਾ ਜਿਹਾ ਹੱਥਾਂ ਨੂੰ ਉਹਦੇ ਪਿਆ, ਉਹ ਕਦੀ ਜਦੋਂ ਅਸੀਂ ਉੱਥੇ ਜਹਾਜ਼ ਡਿੱਗਾ, ਜਿੱਥੇ ਡਿੱਗਿਆ ਤੇ ਅਸੀਂ ਭੱਜ ਕੇ ਗਏ ਉੱਥੇ ਪਿੰਡ ਵਾਲੇ, ਤੇ ਅਸੀਂ ਜਾ ਕੇ ਜਿਹੜੇ ਬੰਦਾ ਹੈਗਾ ਸੀ ਉਹਨੂੰ ਫੜਿਆ ਤਾਂ ਉਹਨੇ ਪਾਣੀ ਮੰਗਾ। ਸਾਡੇ ਕੋਲ ਪਾਣੀ ਦਾ ਕੋਈ ਬੰਦੋਬਸਤ ਹੈ ਹੀ ਨਹੀਂ ਸੀ ਉੱਥੇ। ਤੇ ਜਦੋਂ ਅਸੀਂ ਨੂੰ ਚੁੱਕ ਕੇ ਘਰ ਲਿਆ ਤੇ ਘਰ ਲੈ ਕੇ ਵੇਖਿਆ ਤੇ ਟੀਵੀ ਤੇ ਚੱਲਣ ਡਿਆ ਤੇ ਦੇਖੋ ਰਾਪਟ, ਇਹ ਗੱਲ ਸੱਚੀ ਹੈ ਝੂਠੀ ਮੈਨੂੰ ਨਹੀਂ ਪਤਾ, ਮੈਂ ਅਖਬਾਰ 'ਚ ਪੜ੍ਹੀ ਹੈਗਾ। ਇਟ ਇਜ਼ ਨਾਟ ਪੋਸੀਬਲ। ਜੋ ਵੀ ਹੈਗਾ, ਜਿੱਦਾਂ ਵੀ ਹੈਗਾ, ਉਹ ਹੁਣ ਜਾਂਚ ਚੱਲ ਰਹੀ ਆ, ਜਿਹੜੇ ਪਾਸੇ ਮਰਜ਼ੀ ਘੁਮਾਈ ਜਾਓ। ਜੇ ਕਿਤੇ ਚਾਈਨਾ ਦੀ ਸ਼ਰਾਰਤ ਹੋਈ ਵੀ ਤੇ ਸਾਡੀ ਸਰਕਾਰ ਨੇ ਨਹੀਂ ਕਹਿਣਾ ਚਾਹੀਦਾ ਨਾ ਨਾ ਨਾ, ਇਹ ਨਾ ਹੀ ਲੈਣਾ। ਹਾਂ, ਪਾਕਿਸਤਾਨ ਨਾਲ ਨਹੀਂ ਹੋਈ ਸੀ, ਪਾਕਿਸਤਾਨ ਕਰਾਤਾ ਨਹੀਂ। ਹੁਣ ਕਿੱਥੇ ਕਿੱਧਰਲਾ ਪਾਸਾ ਤੇ ਕਿੱਧਰ ਇੱਧਰਲੇ ਪਾਸੇ ਮਾੜਾ ਮੋਟਾ ਹੁੰਦਾ ਤੇ ਫਿਰ ਤੇ ਚਲੋ ਲਿੰਕ ਬੜੇ ਵੱਡੇ ਜੁੜ ਜਾਣੇ ਸੀ। ਹੁਣ ਤੱਕ ਤੇ ਉੱਥੋਂ ਦਾ ਮੀਡੀਆ ਕਿੱਲ ਕੇ ਪਾਗਲ ਹੋਇਆ ਹੋਣਾ ਸੀਗਾ। ਪੁੱਛਦਾ ਹੈ ਭਾਰਤ ਦੇਖੋ ਜੀ, 2 ਸਿੱਖ ਵੀ, ਇੱਕ ਬ੍ਰਿਗੇਡੀਅਰ ਤੇ ਗੁਰਸੇਵਕ ਸਿੰਘ, ਬਿਲਕੁਲ ਨੌਜਵਾਨ ਮੁੰਡਾ ਛੁੱਟੀ ਕੱਟ ਕੇ ਗਿਆ ਹੁਣੇ, ਬਿਲਕੁਲ। 3 ਬੱਚੇ ਦੇ ਉਹਦੇ ਸਾਈ 28 29 ਸਾਲ ਦੀ ਉਮਰ ਆ। ਬੱਚੇ ਕੱਲ ਫੋਟੋ ਵੇਖ ਕੇ ਰੋ ਰਹੇ ਸੀ ਜੀ, ਪਾਪਾ ਕਿੱਥੇ ਚਲੇ ਗਏ। ਬਿਲਕੁਲ। ਤੇ ਬਕਾਇਦਾ ਤੌਰ ਤੇ ਬ੍ਰਿਗੇਡੀਅਰ ਲਿੰਦਰ ਦੀ ਬੇਟੀ 17 ਸਾਲ ਦੀ, ਉਹਨੇ ਅਗਨੀ ਵਿਖਾਈ ਹੋਈ। ਦੇਖੋ ਬਿਲਬਨਾ, ਦੇਖੋ ਲਿੰਦਰ ਦੀ ਵੀ ਇੱਕ ਬੇਟੀ ਹੈ ਤੇ ਜਨਰਲ ਰਾਵਤ ਦੀਆਂ 2 ਬੇਟੀਆਂ, ਜਿਨ੍ਹਾਂ ਨੇ ਬਕਾਇਦਾ ਤੌਰ ਤੇ ਅਗਨੀ ਵਿਖਾਈ ਉਹਨੇ ਮ੍ਰਿਤਕ ਦੇ। ਤੇ ਉਹਨਾਂ ਨੇ ਫਿਰ ਇਹ ਨਹੀਂ ਗੱਲ ਕੀਤੀ, ਚਲੋ ਭਾਵਕ ਤੇ ਬੰਦਾ ਹੁੰਦਾ, ਰੋਂਦਾ ਪਿੱਟਦਾ, ਫਿਰ ਸਲੂਟ ਮਾਰੀ ਆਪਣੇ ਪਿਤਾ ਨੂੰ ਕਿ ਤੂੰ ਬੜਾ ਬਹਾਦਰ। ਜੀ 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 ਜੀ। ਇਸ ਕਰਕੇ ਵਿਪਨ ਰਾਵਤ ਦੇ ਕਰਕੇ ਸਾਡਾ ਫਤਿਹ ਮਾਰਚ ਇੱਕ ਦਿਨ ਲੇਟ ਕੀਤਾ ਗਿਆ। ਅੱਛਾ, ਉਸ ਦਿਨ ਸੋਗ ਦਾ ਦਿਨ ਆ, ਉਹਨਾਂ ਦੇ ਸੰਸਕਾਰ ਹੋਣੇ ਤੇ ਇੱਕ ਦਿਨ ਲੇਟ ਕਰ ਦਿਓ, ਕਿਉਂਕਿ ਉਸ ਦਿਨ ਅਸੀਂ ਖੁਸ਼ੀ ਮਨਾਵਾਂਗੇ। ਬਹੁਤ ਵੱਡੀ ਗੱਲ ਹੈ, ਬੜੀ ਚੰਗੀ ਸੋਚ ਹੈ।
ਜੀ ਜੀ ਬੜਾ ਵੱਡੇ ਵੱਡੇ ਦਿਮਾਗ ਬੈਠੇ ਨੇ ਉੱਥੇ। ਚਲੋ ਇੱਕ ਦਿਮਾਗ ਹੋਰ ਵੀ ਹੈ, ਸਰਦਾਰ ਦਵਿੰਦਰਪਾਲ ਸਿੰਘ ਭੁੱਲਰ। ਕਿੰਨੀ ਕੁ ਵਾਰੀ ਆਪਾਂ ਇਹ ਖਬਰ ਸੁਣਾਉਣੀ ਹੈ, ਪਹਿਲਾਂ ਵੀ ਯੋਧਿਆਂ ਦੇ ਕਹਿੰਦੇ ਕਿ ਖਰਚੇ ਸ਼੍ਰੋਮਣੀ ਕਮੇਟੀ ਕਰੇਗੀ, ਬੜੀ ਵਾਰੀ ਸੁਣੀਆਂ, ਬੜੀ ਵਾਰੀ ਸੁਣਾਈਆਂ, ਭੁੱਲ ਜਾਂਦੀਆਂ ਨੇ, ਕੀ ਕਰੀਏ, ਸਾਨੂੰ ਯਾਦ ਰਹਿੰਦੀਆਂ ਨੇ ਜਿਨ੍ਹਾਂ ਨੇ ਸੁਣਾਈਆਂ ਹੋਣਗੀਆਂ। ਇਹਦੋਂ ਪਹਿਲਾਂ ਵੀ ਕਾੜਕੂ ਸਿੰਘਾਂ ਦੇ ਬਾਰੇ ਬੜੇ ਬਿਆਨ ਦਾਗੇ ਗਏ ਨੇ, ਕੀ ਕਹਿਣਾ ਚਾਹੋਗੇ? ਪਾਲ ਸਿੰਘ ਭੁੱਲਰ ਨੂੰ 164 ਤੇ 161 ਦੇ ਗੰਨੇ ਛਾਇਆ, ਕੋਈ ਰੋਲ ਨਹੀਂ ਸੀ। ਵਿਦੇਸ਼ 'ਚ ਬੈਠਾ ਜਦੋਂ ਮਨਿੰਦਰਜੀਤ ਸਿੰਘ ਬਿੱਟੇ ਦੇ ਅਟੈਕ ਹੋਇਆ, ਆਪਾਂ ਇੱਥੇ ਮਾਈਕ ਤੇ ਰੌਲਾ ਪਾਉਂਦੇ ਹਾਂ ਵੀ ਭਾਈ ਇਹ ਨਿਰਦੋਸ਼ ਆ, ਇਹ ਅਪੀਲ ਕਿਉਂ ਕਰੇ, ਇਹਨੂੰ ਛੱਡੋ। 161 ਦੇ ਬਿਆਨ ਤੇ ਕੋਰਟ ਵੈਸੇ ਹੀ ਖਾਰਜ ਕਰ ਦਿੰਦੀ ਹੈ ਕਿ ਖਾਰਜ ਕਿਉਂ ਨਹੀਂ ਕੀਤੇ ਗਏ, ਮਤਲਬ ਕਿ ਪਿੱਛੇ ਸਾਜ਼ਿਸ਼ ਹੈ। ਬਸ ਭੁੱਲਰ ਸੀ ਨਾ ਮਗਰ। ਹੁਸ਼ਿਆਰਪੁਰ ਦੇ 2 ਨੌਜਵਾਨਾਂ ਨੂੰ ਤੁਸੀਂ ਜਿਹੜਾ ਜਵਾਬਾ ਲਾਤੀ ਕਿ ਉਹਨਾਂ ਦੇ ਘਰੋਂ ਇੱਕ ਮੈਗਜ਼ੀਨ ਬਰਾਮਦ ਹੋਇਆ ਜਿਹੜਾ ਖਾਲਸਾ ਆਰਟੀਕਲ ਛੱਪਿਆ ਸੀ, ਹੋਰ ਲੋਕਾਂ ਨੇ ਕਿੰਨਾ ਪੜਿਆ ਹੋਊਗਾ। ਇਹ ਸਾਡਾ ਕਾਨੂੰਨ ਹੈ। ਤੁਹਾਡਾ ਜਿਹੜਾ ਮੈਂਬਰ ਪਾਰਲੀਮੈਂਟ ਆ, ਉਹ ਜਾ ਕੇ ਅਤਿੰਦਰਪਾਲ ਸਿੰਘ ਉਹ ਖਾਲਿਸਤਾਨ ਦੇ ਮੁੱਦੇ ਤੇ ਚੋਣ ਲੜਦਾ ਤੇ ਉੱਥੇ ਜਾ ਕੇ ਗੱਲ ਕਰਦਾ। ਬਿਲਕੁਲ ਕਰਦਾ ਜੀ, ਉਹ ਅੱਜ ਵੀ ਆਪਣੇ ਨੂੰ ਖਾਲਿਸਤਾਨ ਲਿਖਦਾ, ਮੈਂ ਖਾਲਿਸਤਾਨੀ ਹਾਂ, ਕਹਿੰਦਾ ਅਤਿੰਦਰਪਾਲ ਸਿੰਘ ਖਾਲਿਸਤਾਨੀ। ਐਕਚੁਅਲੀ ਬੇਸਿਕਲੀ ਸਾਡੇ ਕੋਲ ਅਤਿੰਦਰਪਾਲ ਵਰਗੇ ਬੰਦੇ ਉਦੋਂ ਬਹੁਤ ਘੱਟ ਸੀ ਕਿ ਜਿਹਨਾਂ ਦੇ ਜਵਾਬ ਨਹੀਂ ਸੀ ਹੋ ਰਿਹਾ ਲੀਡਰਾਂ ਨੂੰ। ਉਹ ਸਵਾਲ ਹੀ ਇਹੋ ਜਿਹਾ ਕਰਦੇ ਜਵਾਬ ਕੋਈ ਨਹੀਂ ਹੈਗਾ। ਤੁਹਾਡੇ ਸਾਹਮਣੇ ਉਹ ਜਿਹੜੇ ਧਰਮੀ ਗਾਂਧੀ ਆ, ਉਹਨਾਂ ਨੇ 3 ਤੇ 4 ਲੈਟਰਾਂ ਲਿਖੀਆਂ ਸਰਕਾਰ ਨੂੰ, ਅੱਜ ਤੱਕ ਕਿਸੇ ਦਾ ਜਵਾਬ ਨਹੀਂ ਦੇ ਸਕੇ। ਜਵਾਬ ਤਾਂ ਦਿਓ ਮੇਰਾ ਤੁਸੀਂ, ਕਿਉਂਕਿ ਸੱਚੀਆਂ ਗੱਲਾਂ ਲਿਖੀਆਂ ਸੀ, ਜੇ ਜਵਾਬ ਕੋਈ ਨਹੀਂ ਹੈ। ਇਸ ਕਰਕੇ ਅਤਿੰਦਰਪਾਲ ਸਿੰਘ ਖਾਲਸਾ ਨਹੀਂ ਲਿਖਦਾ ਤੇ ਦਵਿੰਦਰਪਾਲ ਸਿੰਘ ਭੁੱਲਰ ਦਾ ਖਰਚਾ ਜਿਹੜਾ ਸ਼੍ਰੋਮਣੀ ਕਮੇਟੀ ਇਹਦੇ ਅਸੀਂ ਕੇਸਾਂ ਦਾ ਖਰਚਾ ਆਪ ਕਰਾਂਗੇ। ਦਵਿੰਦਰਪਾਲ ਸਿੰਘ ਭੁੱਲਰ ਉਹ ਵਿਅਕਤੀ ਆ ਜਿਹੜਾ ਪ੍ਰੋਫੈਸਰ ਸੀ, ਬਕਾਇਦਾ ਤੌਰ ਤੇ ਜਦੋਂ ਪਤਾ ਲੱਗਾ ਕਿ ਇਹ ਕਹਾਣੀ ਵਰਤੀ, ਇਹ ਪਾਣਾ ਵਰਤ ਸਕਦਾ, ਵਿਚਾਰਾ ਛੱਡ ਕੇ ਇੱਥੋਂ ਭੱਜ ਗਿਆ ਵੀ ਮੈਂ ਇੱਥੋਂ ਕੀ ਲੈਣਾ। ਕੋਈ ਰੋਲ ਨਹੀਂ, ਕਿਸੇ ਕਿਸਮ ਦਾ ਕੋਈ ਰੋਲ ਨਹੀਂ, ਸਾਰੀ ਉਮਰ ਗੱਲ ਚ ਫਸਾ ਕੇ 161 ਦੇ ਬਿਆਨਾਂ ਦੇ ਬਿਹਾਫ ਤੇ ਕਿਸੇ ਨੂੰ ਫਾਂਸੀ ਦੀ ਸਜ਼ਾ ਦੇ। ਜੇ ਕਿਤੇ ਰਾਜੀਵ ਦੇ ਕਾਤਲਾਂ ਦੀ ਸਜ਼ਾ ਤੋਂ ਮਾਫ ਨਾ ਹੁੰਦੀ, ਸ਼ਾਇਦ ਇਹਦੀ ਸਜ਼ਾ ਵੀ ਮਾਫ ਨਾ ਹੁੰਦੀ, ਉਹਦੇ ਬਿਹਾਫ ਤੇ ਉਹਨਾਂ ਦੀ ਮਾਫ ਕੀਤੀ ਤੇ ਇਹਦੀ ਵੀ ਕਰਨੀ ਪਈ। ਸਾਡੇ ਲੀਡਰਾਂ ਦਾ ਕੋਈ ਯੋਗਦਾਨ ਨਹੀਂ ਜੀ, ਉਹ ਕਿੰਨੇ ਜਿੰਨੇ ਕੀਤਾ ਭਰੇ। ਬਸ ਬਕਾਇਦਾ ਤੌਰ ਤੇ ਪਰਮਜੀਤ ਸਿੰਘ ਸਰਰੇ ਨੇ ਸ਼ੀਲਾ ਦੀਕਸ਼ਿਤ ਨੂੰ ਕਿਹਾ ਕਿ ਬੀਬੀ ਜੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਕਿਸੇ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਦੇ, ਉੱਥੋਂ ਸਾਡੀ ਸਰਕਾਰ ਨੂੰ ਪੈਰੋਲ ਦੇ ਸਕਦੀ ਹੈ। ਇੱਥੇ ਜਵਾਬ ਸੁਣਿਓ, ਇੱਥੇ ਰੁਕ ਕੇ ਉਦੋਂ ਕੀ ਕਿਹਾ ਸੀ, ਕੌਣ ਸੀ, ਥੋੜਾ ਜਿਹਾ ਖਿਆਲ ਨਾਲ ਸੁਣਿਓ। ਅੱਜ ਕੱਲ ਪਤਾ ਕੀ ਯੁੱਗ ਚੱਲਦਾ ਪੱਟੀ ਜੀ, ਪੱਟੀ ਸਾਹਿਬ ਆ ਯੁੱਗ ਚੱਲਦਾ ਜੇ, ਰੁਕ ਕੇ ਦੇਖਣਾ ਏਦਾਂ, ਉਹ ਫੇਰ ਲਿੰਕ ਸ਼ੇਅਰ ਹੁੰਦੇ ਆ। ਉਦੋਂ ਕੌਣ ਸੀ ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ। ਪੱਟੀ ਸਾਹਿਬ ਹੌਲੀ ਜਿਹੀ ਨਾਂ ਲੈ ਦੇਣਗੇ, ਬਸ ਸਾਡਾ ਫਰਜ਼ ਤੇ ਆ। ਉਦੋਂ ਕੌਣ ਸੀਗਾ, ਕਿੰਨੇ ਖਿਤਾਬ ਆ ਉਹਦੇ ਕੋਲ, ਆ ਜਰਾ ਸੁਣ ਕੇ। ਹਾਂਜੀ ਦੱਸਿਓ ਜਰਾ, ਕੌਣ ਸੀ, ਕੀ ਕਿਹਾ ਸੀ ਉਹਨਾਂ ਨੇ? ਸ਼ੀਲਾ ਦੀਕਸ਼ਿਤ ਨੂੰ ਮਨਾਇਆ। ਸ਼ੀਲਾ ਦੀਕਸ਼ਿਤ ਨੇ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਵੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਅਸੀਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਸ਼ਿਫਟ ਕਰਨ ਲਈ ਤਿਆਰ ਹਾਂ। ਅੱਜ ਫੇਰ ਉਹਨਾਂ ਨੂੰ ਪੰਥ ਯਾਦ ਆ ਗਿਆ ਜੇ, ਪੰਥ ਦੇ ਨੌਜਵਾਨ ਯਾਦ ਆ ਗਏ ਜੇ। ਅੱਜ ਜੇਕਰ ਉਹ ਨਹੀਂ ਜਿੱਤਦੇ ਤੇ ਪੰਥ ਖਤਰੇ 'ਚ ਜੇ, ਪੰਥ ਉੱਜੜ ਜਾਊਗਾ, ਪੰਥ ਬਰਬਾਦ ਹੋ ਜਾਊਗਾ। ਆ ਸੁਣ ਕੇ ਹਾਂਜੀ ਬਕਾਇਦਾ ਤੌਰ ਤੇ ਉਸ ਟਾਈਮ ਦੇ ਉੱਤੇ ਜਦੋਂ ਚਿੱਠੀ ਲਿਖੀ ਗਈ ਤੇ ਜਵਾਬ ਵੀ ਗਿਆ ਸੀ। ਸਰਕਾਰ ਕਿਹੜੀ ਸੀ ਉਹ ਵੀ ਸੁਣ ਕੇ ਸੀ, ਫਕਰੇ ਕੌਮ, ਪੰਥ ਰਤਨ ਸਿਆਸਤ ਦੇ ਬਾਬਾ ਬੋਧ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਲਿਖਿਆ ਕੀ ਗਿਆ ਸੀਗਾ ਕਿ ਇਹ ਖੂੰਖਾਰ ਅੱਤਵਾਦੀ ਆ, ਸਾਡੇ ਕੋਲ ਪੰਜਾਬ ਦੀ ਕਿਸੇ ਵੀ ਜੇਲ੍ਹ ਚ ਇਹਨੂੰ ਰੱਖਣ ਦੀ ਸਮਰੱਥਾ ਨਹੀਂ। ਦੱਸੋ, ਅੱਜ ਵੀ ਰਿਕਾਰਡ ਮੌਜੂਦ ਆ। ਤੇ ਜਦੋਂ ਆਪ ਨੂੰ ਲੋੜ ਪਈ ਉਦੋਂ ਸਭ ਕੁਝ ਕਰ ਲਿਆ, ਬਸ ਪੈਰੋਲ ਵੀ ਦੇਤੀ, ਲੈ ਵੀ ਆਏ, ਸਭ ਕੁਝ ਲੈ ਕਰ ਲਿਆ। ਉਦੋਂ ਤੇ ਮਾਤਾ ਦੀ ਤੇ ਇਹਨਾਂ ਦੀ ਵਾਈਫ ਦੀ ਮੈਂ ਜਿੱਦੀ ਵੱਡੀ ਕੁਰਬਾਨੀ ਹੈ ਨਾ, ਉਹ ਕਿਸੇ ਦੀ ਕੁਰਬਾਨੀ। ਉਦੋਂ ਤਾਂ ਜੇਲ੍ਹ ਦੇ ਵਿੱਚ ਭਾਈ ਮੈਨੂੰ ਪਤਾ ਸੀ ਮੇਰੇ ਘਰ ਵਾਲੇ ਨੂੰ ਫਾਂਸੀ ਸੀ, ਪਤਾ ਨਹੀਂ ਕੀ ਬਣਿਆ, ਲਿਖਣੇ ਕਿ ਨਹੀਂ ਮੇਰੀ ਸ਼ਾਦੀ ਨੂੰ ਆਈ ਹੈ, ਮੈਂ ਇਹਦੇ ਨਾਲ ਹੀ ਨਿਭੂ। ਭਾਈ ਫੋਟੋ ਨਾਲ ਸ਼ਾਦੀ ਕਰਨ ਵਾਲੀਆਂ ਵੀ ਹੈਗੀਆਂ ਨੇ,
ਜੇ ਅੱਜ ਉਹ ਵੀ ਹੈਗੀਆਂ ਨੇ। ਜੇ ਸਲੂਟ ਕਰਨ ਵਾਲੀਆਂ ਧੀਆਂ ਜੰਮੀਆਂ ਨੇ ਨਾ, ਆਪਾਂ ਬਿਪਤ ਰਾਓ ਦੀ ਗੱਲ ਕਰਦੇ, ਰਾਵਤ ਦੀ ਗੱਲ ਕਰਦੇ ਆ, ਤੇ ਤੁਸੀਂ ਉਸ ਯੋਧੇ ਦੀ ਗੱਲ ਕਰਦੇ, ਉਹਦੇ ਇੱਕ ਧੀਆ ਦੋ, ਤੇ ਉਹ ਵੀ ਸਲੂਟ ਕਰਦੀਆਂ, ਤੇ ਉਹ ਵੀ ਹੈਗੀਆਂ ਨੇ ਜਜ਼ਬੇ ਵਾਲੀਆਂ, ਜਿਨ੍ਹਾਂ ਨੇ ਸਿਰਫ ਫੋਟੋ ਨਾਲ ਸ਼ਾਦੀ ਕਰਕੇ ਸਾਰੀ ਉਮਰ ਨਿਭਾ ਦਿੱਤੀ। ਹੁਣ ਸਵਾਲ ਆਪੇ ਲੱਭਦੇ ਰਹੋ ਦਰਸ਼ਕ ਸਰੋਤੇ, ਜੇ ਹੈਗਾ ਤੇ ਦੱਸ ਦਿਓ, ਟੈਕਸਟ ਕਰ ਦਿਓ ਮੈਨੂੰ। ਹਾਂਜੀ ਪਲੀਜ਼। ਰੰਧਾਵਾ ਸੀ ਮੁੰਡਾ, ਇੱਕ ਕੈਪਟਨ ਸੀ ਆਰਮੀ ਦੇ ਵਿੱਚ। ਉਹਦੀ ਜੰਗ ਦੇ ਵਿੱਚ ਜਿਹੜੀ ਸੀ ਉਹ ਡੈਥ ਹੋ ਗਈ। ਉਹਦੀ ਫੋਟੋ ਅਜਾਇਬ ਘੱਟ ਲੱਗਣੀ ਸੀ, ਕੇਂਦਰੀ ਸਿੱਖ ਅਜਾਇਬ ਕਰਦੇ ਸੀ, ਮੈਂ ਵੀ ਗਿਆ ਸੀ। ਜਦੋਂ ਉਹ ਕੇਂਦਰੀ ਸਿੱਖ ਅਜਾਇਬ ਘਰ ਚ ਫੋਟੋ ਲਈ ਤੇ ਮਾਂ ਪਿਓ ਦੀਆਂ ਅੱਖਾਂ ਚ ਹੰਝੂ ਤੇ ਉਹਨੇ ਹੋਣੇ ਸੀ, ਸਾਡਾ ਇਹ ਬੜਾ ਜਵਾਨ ਤੇ ਮਹਾਨ ਬੇਟਾ ਸੀ। ਉਸ ਟਾਈਮ ਨੋ ਨੇ ਕਿਹਾ ਸੀ, ਮਾਤਾ ਜੀ ਜਿਹੜੇ ਉਹਦੇ ਕੰਮ ਜੁੜੇ ਰਹਿ ਗਏ, ਮੈਂ ਬਕਾਇਦਾ ਤੌਰ ਤੇ ਮੈਂ ਕਰੀ। ਉਹਨਾਂ ਦਿਨਾਂ ਦੇ ਵਿੱਚ ਆਰਮੀ ਦੇ ਵਿੱਚ ਔਰਤ ਦੀ ਭਰਤੀ ਜਿਹੜੀ ਨਹੀਂ ਹੈਗੀ, ਲੈਫਟੀਨੈਂਟ ਦੀ ਬਕਾਇਦਾ ਤੌਰ ਤੇ ਕੋਟ ਰਹੀ, ਉਹ ਭਰਤੀ ਹੋਈ। ਜਿਸਨੇ ਬਕਾਇਦਾ ਤੌਰ ਤੇ ਬੰਦਿਆਂ ਵਾਲੀਆਂ ਸਾਰੀਆਂ ਗੇਮਾਂ ਦੇ ਸਭ ਪੂਰਾ ਕੀਤਾ, ਕੱਦ ਪੂਰਾ ਕੀਤਾ, ਸਭ ਕੁਝ ਪੂਰਾ ਕੀਤਾ ਉਹਨੇ। ਆ ਕਿਤੇ ਇਹਨੂੰ ਸਿਰ ਫਰੀ ਨੂੰ ਭੇਜਿਓ, ਇਹ ਲਿਖ ਕੇ ਕਿਤੇ ਹਿੰਦੀ ਇੰਗਲਿਸ਼ ਦੇ ਵਿੱਚ, ਆ ਜਿਹੜੀ ਕੰਧਾਂ ਨਾਲ ਟੱਕਰਾਂ ਮਾਰ ਕੇ ਸਵੇਰੇ ਪਰਸੋਂ ਚੌਥ ਬਿਆਨ ਬਦਲ ਦਿੰਦੀ, ਮਾਫੀ ਮੰਗ ਕੇ ਵੀ ਬਦਲ ਦਿੰਦੀ ਬਿਆਨ। ਕੰਗਣਾ ਨੂੰ ਭੇਜਿਓ ਜਰਾ ਕੁ, ਆਹ ਦੇਖ ਬਹਾਦਰ, ਤੂੰ ਤੇ ਇੱਕ ਭੂਮਿਕਾ ਨਿਭਾਤੀ ਝੂਠੀ ਜੀ ਘੋੜੇ ਤੇ ਪ ਕਰਕੇ। ਆਹ ਦੇਖ, ਇਦਾਂ ਦੀਆਂ ਵੀ ਹੈਗੀਆਂ ਧੀਆਂ। ਇਹ ਅਸਲੀ ਰਾਣੀ ਝਾਂਸੀ। ਹਾਂਜੀ ਕਰੋ ਅੱਗੇ ਗੱਲ, ਮੈਂ ਪੜਿਆ ਉਹਦੇ ਬਾਰੇ। ਬਿਲਕੁਲ ਜੀ, ਇਸ ਕਰਕੇ ਮੈਂ ਸੋਚਦਾ ਵੀ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਉਹਨਾਂ ਨੇ ਆਪ ਕੇਸ ਲੜੇ ਦੇ ਮੁੰਡਿਆਂ ਦੇ ਜਿਹੜੇ ਬੰਦੀ ਸਿੰਘ ਸੀਗੇ, ਆਪ ਕੇਸ ਲੜੇ, ਫ੍ਰੀ ਆਫ ਕਾਸਟ ਲੈ ਨਿਸ਼ਕਾਮ ਸੇਵਾ ਕੀਤੀ ਹੈ। ਉਹਨਾਂ ਨੂੰ ਦਵਿੰਦਰਪਾਲ ਸਿੰਘ ਭੁੱਲਰ ਯਾਦ ਸੀਗਾ, ਜਿਨ੍ਹਾਂ ਨੇ ਪਹਿਲੀ ਮੀਟਿੰਗ ਦੇ ਵਿੱਚ ਇਹ ਕਰ ਦਿੱਤਾ ਵੀ ਉਹਦਾ ਜਿਹੜਾ ਖਰਚਾ ਵਕੀਲਾਂ ਦਾ ਸਾਰਾ ਐਸਜੀਪੀਸੀ ਨੂੰ। ਇਸ ਤੋਂ ਪਹਿਲਾਂ ਤਾਂ ਪ੍ਰਧਾਨ ਰਹੇ ਆ। ਚਲੋ ਕਿਸੇ ਨੂੰ ਆਇਆ ਚੇਤਾ? ਨਹੀਂ ਚੇਤਾ ਤੇ ਆਇਆ ਜੀ, ਬੜੀਆਂ ਖਬਰਾਂ ਪੜੀਆਂ ਨੇ। ਹੁਣ ਧਾਮੀ ਸਾਹਿਬ ਦਾ ਤੁਸੀਂ ਚਲੋ ਜ਼ਿਕਰ ਕੀਤਾ, ਕਿਤੇ ਫੇਰ ਖੁੱਲਾ ਕਰਾਂਗੇ ਧਾਮੀ ਸਾਹਿਬ ਬਾਰੇ ਗੱਲਬਾਤ, ਕਿਤੇ ਫੇਰ ਡਿਟੇਲ ਦੇ ਵਿੱਚ। ਸਮਾਂ ਸਾਡੇ ਕੋਲ ਥੋੜਾ ਹੈ। ਇਹਦੋਂ ਪਹਿਲਾਂ ਮੇਰੇ ਕੋਲ ਕਟਿੰਗਾਂ ਪਈਆਂ ਨੇ। ਅਸੀਂ ਧਰਮੀ ਯੋਧਿਆਂ ਦੀਆਂ, ਧਰਮੀ ਫੌਜੀਆਂ ਦੀਆਂ, ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਜਿਹੜੇ ਹੈਗੇ ਨੇ, ਉਹਨਾਂ ਦੀਆਂ ਖਰਚੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਆਪਣੇ ਇਹਨਾਂ ਦੇ ਖਰਚੇ ਵਕੀਲ ਕਰੇਗੀ। ਛਪ ਚੁੱਕੀਆਂ ਨੇ ਖਬਰਾਂ, ਕਿਉਂ ਨਹੀਂ ਛਪੀਆਂ ਪੱਟੀ ਸਾਹਿਬ? ਛਪ ਚੁੱਕੀਆਂ ਨੇ, ਪੜ੍ਹ ਚੁੱਕੇ ਆਪਾਂ। ਹਾਂਜੀ ਬਿਲਕੁਲ ਛਪ ਚੁੱਕੀਆਂ ਨੇ। ਧਾਮੀ ਸਾਹਿਬ ਤੇ ਵੀ ਉਂਗਲਾਂ ਬੜੀਆਂ ਉੱਠਦੀਆਂ ਨੇ। ਇਹਨਾਂ ਨੇ ਵੀ ਵਕੀਲ ਹੁੰਦਿਆਂ ਜੋ ਚੰਨ ਚਾੜੇ ਨੇ, ਉਹਨਾਂ ਦੀਆਂ ਵੀ ਸੋਸ਼ਲ ਨੈਟਵਰਕ ਮੀਡੀਆ ਤੇ ਅਗਲੇ ਬੜੇ ਉਲੱਥੇ ਖੋੜ ਰਹੇ ਨੇ। ਸਾਰੇ ਇੱਕੋ ਜਿਹੇ ਨਹੀਂ ਹੋ ਸਕਦੇ, ਹੋ ਸਕਦਾ ਧਾਮੀ ਸਾਹਿਬ ਚੰਗੇ ਹੋਣ, ਅਸੀਂ ਕਿਸੇ ਦੇ ਕਿੰਤੂ ਪਰੰਤੂ ਨਹੀਂ ਕਰਦੇ। ਜਿਹੜੇ ਬੰਦੇ ਨੇ ਕੰਮ ਕਰਨਾ ਨਾ, ਉਹਦੇ ਤੇ ਉਂਗਲਾਂ ਉੱਠਣੀਆਂ ਕਈ ਤਰ੍ਹਾਂ ਦੀਆਂ ਉੱਠਦੀਆਂ। ਬਿਲਕੁਲ ਤੁਹਾਡੀ ਮੈਂ ਕੱਲ ਦੀ ਗੱਲ ਕਰਨ ਲੱਗਾ, ਉਹ ਜਿਹੜੀ ਲੜਕੀ ਦੀ ਤੁਸੀਂ ਗੱਲ ਕੀਤੀ ਜੇ 16 ਸਾਲ ਦੀ ਲੜਕੀ ਜਿਹਨੂੰ ਕਰੰਟ ਲਾਏ ਗਏ, ਅਜੇ ਤੱਕ ਦੂਸਰਾ ਪੱਖ ਸਾਹਮਣੇ ਨਹੀਂ ਆਇਆ। ਜਦੋਂ ਦੂਸਰਾ ਪੱਖ ਪੂਰਾ ਸਾਹਮਣੇ ਆਏਗਾ, ਮੈਂ ਸਾਰੀ ਇੰਟਰਵਿਊ ਸੁਣੀ ਦੇ ਭਰਾ ਸਾਰੀ ਗੱਲ ਬਸ। ਜਦੋਂ ਦੂਸਰਾ ਪੱਖ ਸੁਣਿਆ ਜਾਏਗਾ, ਫਿਰ ਅਸੀਂ ਉਹਦਾ ਨਿਰਣਾ ਕਰਾਂਗੇ ਵੀ ਵਾਕਿਆ ਹੀ ਇਹ ਉਹਦੇ ਕਰਕੇ ਉਹਨੂੰ। ਵੇਖੋ, ਜਦੋਂ ਤੂੰ ਉਸ ਜਿਹੜਾ ਦੋਸ਼ੀ ਨੂੰ ਤਾਂ ਕੁਛ ਕਿਹਾ ਨਹੀਂ, ਉਹਨੂੰ ਕਰੰਟ ਲਾਉਣ ਦਾ ਕੀ ਮਤਲਬ ਸੀ? ਜਦੋਂ ਦੂਸਰੇ ਪੱਖ ਸਾਹਮਣੇ ਆਏਗਾ ਨਾ, ਡਾਕਟਰ ਦਾ ਪੱਖ ਸਾਹਮਣੇ ਆਏਗਾ, ਫਿਰ ਪਤਾ ਲੱਗੇਗਾ ਵੀ ਸਰੀਰ ਦੇ ਵਿੱਚ ਕੀ ਹੈ। ਚਲੋ ਤਸਵੀਰ ਦਾ ਦੂਜਾ ਪਾਸਾ ਵੀ ਆ ਜਾਣਾ ਪੱਟੀ ਸਾਹਿਬ। ਕਿਹੜੀ ਗੱਲ ਆ? ਹੁਣ ਕੱਲ ਆਪਾਂ ਗੱਲ ਕੀਤੀ ਸੀ, ਅੱਜ ਉਹਨੂੰ ਆਪਾਂ ਅੱਗੇ ਵਧਾਉਂਦੇ ਆ। ਉਹ ਜਿਹੜਾ ਮੁੰਡਾ ਦਿੱਲੀ ਦੇ ਵਿੱਚ ਆਪਾਂ ਗੱਲ ਕਰਦੇ ਪਏ ਸੀਗੇ, ਤੁਸੀਂ ਵੀ ਕੀਤੀ ਵੀ ਉਹਦਾ ਇੱਕ ਪਾਸੇ ਲੰਘ ਕੇ ਇੱਧਰਲੇ ਪਾਸੇ ਚਲ ਗਿਆ। ਉਹ ਕੋਈ ਤਿੱਖੀ ਚੀਜ਼ ਸੀਗੀ, ਉਹਦਾ ਪੋਸਟਮਾਰਟਮ ਉੱਥੇ ਨਹੀਂ ਹੋਇਆ, ਉਹਦਾ ਪੋਸਟਮਾਰਟਮ ਦੂਜੀ ਥਾਂ ਤੇ ਹੋਇਆ, ਉਹਦਾ ਪੋਸਟਮਾਰਟਮ ਉੱਥੇ ਕਿਉਂ ਨਹੀਂ ਹੋਇਆ, ਕੀ ਕਾਰਨ ਸੀ? ਬੜੀਆਂ ਕਹਾਣੀਆਂ। ਅੱਜ ਫੇਰ ਸੋਸ਼ਲ ਨੈਟਵਰਕ ਮੀਡੀਆ ਤੇ ਮੈਨੂੰ ਵੀ 3-4 ਫੋਨ ਆਏ ਜੀ, ਭਾਜੀ ਰਾਤੀ ਉਹ ਗੱਲ ਚੱਲਦੀ ਵੀ ਸੀ, ਗੱਲ ਕਰਨੀ। ਮੈਂ ਕਿਹਾ ਜੀ ਪੱਟੀ ਸਾਹਿਬ ਬਣ ਕੇ ਮੈਂ ਜ਼ਿਕਰ ਜ਼ਰੂਰ ਕਰ ਦਾਂਗਾ ਵੀ ਇਹ ਵੀ ਸ਼ਬਦਾ ਪਿਆ ਨਾਲ ਵੀ ਗੋਲੀ ਵੱਜੀ ਸੀ, ਕੀ ਕਾਰਨ ਹੈ ਕਿ ਉਹਦਾ ਪੋਸਟਮਾਰਟਮ ਉੱਥੇ ਨਹੀਂ ਹੋਇਆ, ਗੋਲੀ ਵੱਜੀ ਸੀ ਜਾਂ ਕਿਹੜੀ ਤਿੱਖੀ ਚੀਜ਼ ਸੀ ਜਿਹੜੀ ਇੱਕ ਪਾਸੇ ਲੰਘ ਕੇ ਦੂਜੇ ਪਾਸੇ ਚਲ ਗਈ? ਉਹ ਬਰਸ਼ੀ ਸੀ, ਕਿੱਲ ਸੀ, ਕਿੱਡਾ ਲੰਬਾ ਕਿੱਲ ਸੀ, ਕਿੱਡੀ ਲੰਬੀ ਬਰਸ਼ੀ ਸੀ, ਜਾਂ ਕਿੱਡਾ ਲੰਬਾ ਉਹ ਕੀ ਹੋਰ ਚੀਜ਼ ਸੀ ਜਿਹੜੀ ਇੱਕ ਪਾਸੇ ਲੰਘ ਕੇ ਦੂਜੇ ਪਾਸੇ ਚਲ ਗਈ? ਉਹਦੀ ਪਤਾ ਹੀ ਨਹੀਂ ਲੱਗ ਸਕਦਾ ਵੀ ਕੀ ਸੀਗਾ। ਇਹ ਬੜਾ ਵੱਡੇ ਸਵਾਲ। ਜਦੋਂ ਆਪਾਂ ਗੱਲ ਕਰਦੇ ਹਾਂ, ਬਹੁਤ ਸਾਰੇ ਫੋਨ ਆਉਂਦੇ ਨੇ, ਤੁਹਾਨੂੰ ਵੀ ਮੈਨੂੰ ਵੀ, ਸਾਰੇ ਸਬਜੈਕਟ ਤੋਂ ਫੋਨ ਆਉਂਦੇ ਨੇ। ਹਾਂ, ਜਦੋਂ ਤੁਸੀਂ ਸੰਜੀਦਿਆ ਗੱਲ ਕਰੋਗੇ, ਉਦੋਂ ਤੁਹਾਨੂੰ ਕੋਲ ਕੋਈ ਨਹੀਂ ਆਊਗੀ।
ਅਸੀਂ ਇਸ ਲੜਕੀ ਦੀ ਵੀਡੀਓ ਵੀ ਲਾਈ ਹੈ, ਸਾਡੇ ਪੱਤਰਕਾਰ ਨੇ ਜਾ ਕੇ ਉੱਥੇ ਕੀਤੀ ਹੈ। ਪੱਤਰਕਾਰ ਉਸ DSP ਦੇ ਨਾਲ ਵੀ ਇੰਟਰਵਿਊ ਕਰਕੇ ਰੱਖੇ ਬੈਠਾ ਹੋਇਆ, ਉਹ ਵੀ ਸ਼ਾਇਦ 100% ਜਿਹੜੀ ਹੈ ਦੂਜਾ ਪੱਖ ਵੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਦੂਜਾ ਪੱਖ ਜ਼ਰੂਰੀ ਹੈ, ਲਾਜ਼ਮੀ ਹੈ, ਉਹ ਵੀ ਲੱਗਣਾ ਚਾਹੀਦਾ, ਉਹ ਲੱਗੇਗਾ। ਕੋਸ਼ਿਸ਼ ਤਾਂ ਇਹੀ ਰਹੇਗੀ। ਬਾਕੀ ਅੱਗੇ ਅੱਗੇ ਦੇਖੀ ਹੋਤਾ ਕੀ ਆ, ਕਿਉਂਕਿ ਜੋਰਾਵਰਾ ਦਾ ਸੱਤੀ ਵੀ 100 ਆ ਜੀ। ਆਪਾਂ ਅੱਗੇ ਚੱਲਦੇ ਹਾਂ। ਹੈਲੋ ਨਹੀਂ ਜਲਸਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਲਸਾ ਪਟਿਆਲਾ ਨੂੰ ਪੁੱਛਾਂ ਜੀ, ਉਹ ਆਪਣਾ ਇੱਕ ਨਾ ਜਿਹੜਾ ਦਵਿੰਦਰਪਾਲ ਦੀ ਰਿਹਾਈ ਦੇ ਵਿੱਚ ਟਿੱਕਾ ਜਿਹੜਾ ਬਣ ਰਿਹਾ ਜੀ, ਉਹ ਹੀ ਨਹੀਂ ਚਾਹ ਰਿਹਾ ਕੇਜਰੀਵਾਲ ਹੋਣੀ ਜੀ। ਤੇ ਇਹ ਉੱਥੇ ਪਤਾ ਲੱਗਾ ਜੀ ਭਰੋਸੇਯੋਗ ਵਸੀਲਤ ਤੋਂ, ਉਹਨਾਂ ਦੇ ਬੰਦੇ ਉਹਨਾਂ ਦਾ ਟੇਕ ਕੇਅਰ ਕਰਦੇ ਆ ਦਿੱਲੀ ਤੋਂ ਹੀ। ਔਰ ਇੱਕ ਖੜਗੂ ਸਿੰਘ ਦੀ ਮੌਤ ਹੋਈ ਆ, ਪਰਮਨਪ੍ਰੀਤ ਸਿੰਘ, ਉਹਦੇ ਫੈਮਿਲੀ ਨੇ ਦੱਸਿਆ ਵੀ ਉਹਨੂੰ ਜ਼ਹਿਰ ਦੇ ਕੇ ਸਾਡੇ ਉਹ ਮੁੰਡੇ ਦੇ ਭਰਾ ਨੇ, ਖੜਗੂ ਸਿੰਘ ਦੇ ਭਰਾ ਨੇ ਕੀਤਾ ਜੀ। ਉਹ ਸੋਸ਼ਲ ਨੈਟਵਰਕ ਮੀਡੀਆ ਤੇ ਛਪੀ ਹੈ ਜੀ। ਹਾਂ ਜੀ ਆਈ ਹੈ, ਪਰ ਪੱਟੀ ਸਾਹਿਬ ਹੈਗੀ ਖਬਰ ਉਹਦੇ ਬਾਰੇ ਕੋਈ? ਨਹੀਂ, ਮੇਰੇ ਕੋਲ ਖਬਰ ਨਹੀਂ, ਪਰ ਜੇ ਇਹ ਗੱਲ ਹੋਈ ਹੈ ਤੇ ਜਾਂਚ ਦਾ ਵਿਸ਼ਾ ਵੀ ਜਾਂਚ ਹੋਣੀ ਚਾਹੀਦੀ। ਕਿਉਂ ਨਹੀਂ ਸਾਡੀਆਂ ਸੰਸਥਾਵਾਂ ਕਰਦੇ ਇੱਥੇ? ਅਸੀਂ ਵੀ ਜਵਾਨ ਸੀ ਮੁੰਡਾ, ਡੰਡ ਬੈਠ ਨਿੱਕੇ ਨਿੱਕੇ ਬਿਆਨ ਹੁੰਦੇ। ਬਸ ਉਹੀ ਤੇ ਗੱਲ ਆ। ਬੜੇ ਸਾਡੇ ਜਹੇਦਾਰ ਸਾਹਿਬ ਦੇ ਬੜੇ ਬਿਆਨ ਆ ਜਾਂਦੇ ਨੇ, ਆਪੇ ਫਰਮ ਪੈਂਦੇ ਨੇ। ਪਰ ਅੱਜ ਚੁੱਪ ਕਿਉਂ ਨੇ? ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਕਿਉਂ ਆ? ਜੇ ਸੱਚੀ ਗੱਲ ਹੈ, ਜੇ ਵਾਕਈ ਉਹਦਾ ਕਤਲ ਹੋਇਆ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਭੁੱਲਰ ਦੇ ਕੇਸ ਦਾ ਖਰਚਾ ਤੇ ਚੱਲ ਰਹੀ ਹੈ, ਤੇ ਇਹਦੇ ਤੇ ਚੁੱਪ ਕਿਉਂ ਆ? ਬਿਲਕੁਲ ਜੀ, ਬਿਲਕੁਲ ਬਿਲਕੁਲ। ਚਲੋ, ਬਹੁਤ ਬਹੁਤ ਧੰਨਵਾਦ ਵੀਰ ਜੀ, ਥੈਂਕ ਯੂ। ਥੈਂਕ ਯੂ ਜੀ ਸਾਹਿਬ, ਥੈਂਕ ਯੂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ੁੱਕਰਵਾਰ ਹੈ ਤੇ ਸਵਾਲ ਸਾਰੇ ਹੀ ਪਏ ਨੇ। ਪੱਟੀ ਸਾਹਿਬ ਵੀ ਪੂਰੀ ਤਿਆਰੀ ਦੇ ਨਾਲ, ਚਲੋ 10-15 ਮਿੰਟ ਆਪਾਂ ਲਾਵਾਂਗੇ। ਮਜ਼ਾ ਆ ਜਾਂਦਾ ਇਹਨਾਂ ਨਾਲ ਗੱਲਬਾਤ ਕਰਨਾ ਤੇ ਸਿੰਘ ਵਸਾਉਣ ਦਾ ਵੀ। ਉੱਤਰਾਖੰਡ ਦੇ ਵਿੱਚ 22 ਨੁਕਾਤੀ ਪ੍ਰੋਗਰਾਮ ਲੈ ਕੇ ਸਾਰੇ ਜਿਹੜੇ ਤੁਹਾਡੇ ਜੀ ਟੀਮ, ਤੁਹਾਡੀ ਬਹੁਤ ਅੱਛੀ ਟੀਮ ਹੈ ਜੀ। ਮਿਹਰਬਾਨੀ ਜੀ, ਥੈਂਕ ਯੂ ਸੋ ਨਾਈਸ। ਥੈਂਕ ਯੂ ਜੀ, ਥੈਂਕ ਯੂ। ਰੱਬ ਰੱਖਾ ਜੀ। ਸਤਿ ਸ਼੍ਰੀ ਅਕਾਲ। ਅੱਛਾ ਪੱਟੀ ਸਾਹਿਬ, ਉੱਤਰਾਖੰਡ ਦੇ 22 ਨੁਕਾਤੀ ਪ੍ਰੋਗਰਾਮ ਲੈ ਕੇ ਨੌਜਵਾਨ ਕਰਨਗੇ ਹਰ ਜ਼ਿਲ੍ਹੇ ਵਿੱਚ ਮਾਰਚ, ਕੀ ਕਹਿਣਾ ਚਾਹੋਗੇ? ਇਹ ਬੜੀ ਵੱਡੀ ਗੱਲ ਹੈ, ਇਹ ਬਹੁਤ ਵੱਡੀ ਗੱਲ ਆ ਕਿ ਨੌਜਵਾਨਾਂ ਤੇ ਜਾਗਰਤੀ ਆਈ ਹੈ ਕਿ ਸਾਡੇ ਵੀ ਕੁਝ ਹੱਕ ਹੈਗੇ। ਉਹ ਬੇਰੁਜ਼ਗਾਰੀ ਨੂੰ ਲੈ ਕੇ, ਉਹ ਅਨਐਮਪਲਾਇਮੈਂਟ ਨੂੰ ਲੈ ਕੇ, ਉਹ ਆਪਣੀ ਐਜੂਕੇਸ਼ਨ ਨੂੰ ਲੈ ਕੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ 22 ਨੁਕਾਤੀ ਪ੍ਰੋਗਰਾਮ ਬਣਾਇਆ ਮੈਂ। ਬਕਾਇਦਾ ਤੌਰ ਤੇ ਹਰ ਜ਼ਿਲ੍ਹੇ ਜਾਗਰੂਕ ਕਰਨਗੇ ਕਿ ਸਾਨੂੰ ਇਹਨਾਂ ਨੇ ਕਿਹਾ ਸੀ, BJP ਵਾਲਿਆਂ ਨੇ ਕਿਹਾ ਸੀ, ਪਹਿਲਾਂ ਕਾਂਗਰਸ ਵਾਲਿਆਂ ਨੇ ਕਿਹਾ ਤੁਹਾਨੂੰ ਰੁਜ਼ਗਾਰ ਦਿੱਤਾ ਜੀ, ਉਸਨੂੰ ਰੁਜ਼ਗਾਰ ਨਹੀਂ ਮਿਲਿਆ ਜਿੱਦ ਤੱਕ। ਅਸੀਂ ਬੁੱਢੇ ਹੋ ਚੱਲੇ, ਓਵਰ ਹੋ ਗਏ ਆ। ਅਸੀਂ ਹੁਣ ਕਿਹੜੇ ਪਾਸੇ ਜਾਈਏ? ਤੁਸੀਂ ਦੱਸ ਦਿਓ ਕਿਹੜੇ ਪਾਸੇ ਜਾਈਏ। ਸਰਕਾਰਾਂ ਦੀ ਡਿਊਟੀ ਬਣਦੀ ਇੱਕ ਰੁਜ਼ਗਾਰ ਦੇਣਾ। ਹੁਣ ਉਹਨਾਂ ਨੇ ਇੱਕ ਮੁੰਡਾ ਹੈਗਾ, ਮੇਰੇ ਖਿਆਲ ਨਾਮ ਭੁੱਲ ਗਿਆ ਮੈਨੂੰ ਉਹਦਾ, ਉਹਨੇ ਬਕਾਇਦਾ ਸਾਡੇ ਵਿੱਚ ਇੰਟਰਵਿਊ ਸੁਣ ਲਿਆ ਸੀ। ਉਹ ਕਹਿੰਦਾ ਸੀ ਤੁਸੀਂ ਬਕਾਇਦਾ ਤੌਰ ਤੇ ਨੌਜਵਾਨਾਂ ਦੀ ਇੱਕ ਵੱਡੀ ਟੀਮ ਬਣਾਈ, ਹਰ ਤੁਸੀਂ ਆਪਣੀਆਂ ਟੀਮਾਂ ਖੜੀਆਂ ਕੀਤੀਆਂ ਨੇ। ਤੇ ਉਹ ਜਿਹੜਾ ਐਂਕਰ ਸੀ ਉਹ ਕਹਿੰਦਾ ਜੀ ਤੇ ਸਿਆਸੀ ਤੁਹਾਡਾ ਕੰਮ ਹੈਗਾ ਨਾ ਜੀ, ਤੁਸੀਂ ਸਿਆਸੀ ਗਿਲਡ ਨੂੰ ਧਾਰਕ ਮਤਲਬ ਸਮਾਜੋ ਮਰਜ਼ੀ ਗਿਲਡ, ਅਸੀਂ ਆਪਣੀਆਂ ਹੱਕਾਂ ਦੀ ਗੱਲ ਕਰਨੀ। ਅਸੀਂ ਮੌਜੂਦਾ ਸਰਕਾਰ ਨੂੰ ਵੀ ਭੰਡਾਂਗੇ ਤੇ ਸਾਬਕਾ ਸਰਕਾਰ ਨੂੰ ਵੀ ਭੰਡਾਂਗੇ, ਦੋਵਾਂ ਨੂੰ ਭੰਡਾਂਗੇ ਅਸੀਂ। ਤੇ 12 ਜੂਨ ਨੂੰ 12 ਜਨਵਰੀ ਨੂੰ ਬਕਾਇਦਾ ਤੌਰ ਤੇ ਜੰਗਮੈਨ ਜਿਹੜਾ ਡੇ ਆ, ਉਸ ਦਿਨ ਇੱਕ ਵੱਡੀ ਰੈਲੀ ਕੀਤੀ ਜਾਊਗੀ, ਜਿਹਦੇ ਵਿੱਚ ਜਿਹੜੇ ਯੂਥ ਦੇ ਜਿਹੜੇ ਨੌਜਵਾਨ ਆਪਣੇ ਲੀਡਰ ਆਪਣੀ ਜਿਹੜੀ ਸਾਰੀਆਂ ਗੱਲਾਂ ਕਰਨਗੇ। ਸਾਰਾ ਜਿਹੜਾ ਨਕਾਤੀ 22 ਨੁਕਾਤੀ ਪ੍ਰੋਗਰਾਮ, ਅਗਲਾ ਪ੍ਰੋਗਰਾਮ ਜਿਹੜੇ ਗਾਹ ਅਸੀਂ ਕੀ ਕਰਨਾ, ਫਿਰ ਚੁੱਪ ਕਰਕੇ ਨਹੀਂ ਬਿਠਾਂਗੇ। ਅਸੀਂ ਸਰਕਾਰ ਦਾ ਨੱਕ ਦਮ ਕਰਾਂਗੇ। ਤੇ ਜਦੋਂ ਯੂਥ ਉੱਠ ਪੈਣਾ ਜੀ, ਕਿਤਾਬ ਤੋਂ ਕਰੋ ਕਹਿੰਦਾ ਹੁੰਦਾ ਸੀ, ਵੇਖੋ ਮੈਨੂੰ ਜਿਹੜਾ ਕਿਸੇ ਨੂੰ ਡਰ ਨਹੀਂ ਲੱਗਦਾ। ਆਹ ਜਿਹੜੇ ਕਾਲਜ ਦੇ ਮੁੰਡੇ ਨਾ, ਇਹਨਾਂ ਨੂੰ ਬਹੁਤ ਡਰ ਲੱਗਦਾ। ਬਸ ਇਹ ਇਸੇ ਕਰਕੇ ਜਿਹੜੇ ਕਾਲਜ ਦੇ ਪੜ੍ਹੇ ਲਿਖਿਆਂ ਨੂੰ, ਕਿਵੇਂ ਆਪਾਂ ਸਵੇਰੇ ਵੀ ਗੱਲ ਕੀਤੀ ਸੀ ਕਿ ਉਹ ਬੁੱਚੜਗਰਦੀ ਦਿਖਾਈ ਜਾ ਰਹੀ ਹੈ ਨਾ, ਕਿਵੇਂ ਖੁੱਜਾਂ ਮਾਰੀਆਂ ਜਾ ਰਹੀਆਂ ਨੇ। ਅੱਛਾ, ਸਰਦਾਰ ਸਿਮਰਜੀਤ ਸਿੰਘ ਬੈਂਸ ਇੱਕ ਵੇਲੇ ਅੱਖਾਂ ਦੇ ਤਾਰੇ, ਹੁਣ ਰੜਕਦੇ। ਬੈਂਸ ਵਿਚਾਰੇ ਮਾਮਲੇ ਅਦਾਲਤ ਨੇ ਕਾਫੀ ਵਿਚਾਰੇ ਅਪਣਾਇਆ ਸਖਤ ਰੁਖ, 23 ਨੂੰ ਹੋਣਗੇ ਗ੍ਰਿਫਤਾਰੇ, ਪੇਸ਼ ਕਰਨ ਦੇ ਹੁਕਮ ਚਾੜੇ। ਬੈਂਸ ਸਾਹਿਬ ਆ ਜੀ, ਉਹ ਲੜਕੀ ਨੇ, ਉਹ ਲੇਡੀ ਦਾ ਮੇਰੇ ਖਿਆਲ ਸ਼ਾਇਦ ਇਹਨਾਂ ਦਾ ਸਮਝੌਤਾ ਵੀ ਹੋ ਚੁੱਕਾ। ਉਹਨਾਂ ਲੇਡੀ ਕੋਲ ਖੜੀ ਕਰ ਦਿੱਤੀ ਕਰਨ ਵਾਲਿਆਂ ਨੇ। ਹੁਣ ਇਹਨਾਂ ਦੀ ਬਕਾਇਦਾ ਤੌਰ ਤੇ ਜਦੋਂ ਕੇਸ ਚੱਲਦਾ ਵਾ, ਜਾਂਚ ਹੋ ਕੇ ਕੇਸ ਚੱਲਦਾ ਵਾ, 3 ਤਰੀਕਾਂ ਦੇ ਤੁਸੀਂ ਪੇਸ਼ ਹੋਏ ਕਿ ਹੁਣ ਉਹਨੇ 9 ਦਿਨ ਆਪਣੇ ਕੱਢੇ, ਪੁਲਿਸ ਨੇ ਕਹਤਾ ਫੜ ਕੇ ਪੇਸ਼ ਕਰ। ਸ਼ਾਇਦ ਸਿਮਰਨਜੀਤ ਕੌਰ ਜੱਜ ਨਾਲ ਇਹਨੂੰ ਫੜ ਕੇ ਪੇਸ਼ ਕੀਤਾ ਜਾਵੇ। ਕਿਉਂ ਨਹੀਂ ਫੜ ਕੇ ਪੇਸ਼ ਕਰਦੇ? ਚੰਗੀ ਝਾੜ ਝੱਲ ਕੀਤੀ।
ਜਿਹੜਾ ਐਸਐਚਓ ਇਹ ਕਹਿੰਦਾ ਆ ਕੇ ਉੱਥੋਂ ਦਾ, ਉਹ ਕਹਿੰਦਾ ਜੀ ਵੇਖੋ ਇਹ ਜਿਹੜੀ ਫਾਈਲ ਆ ਸਾਡੇ ਕੋਲ ਨਹੀਂ ਪਈ, ਫਾਈਲ ਡੀਆਈ ਸਾਹਿਬ ਕੋਲ ਸੀ। DIG ਸਾਹਿਬ, ਵਾਹ ਜੀ ਵਾਹ। ਉਹ ਕਹਿੰਦੀ ਜੱਜ ਵੀ ਮੇਰੀ ਪਰਮਿਸ਼ਨ ਤੋਂ ਬਗੈਰ ਫਾਈਲ ਚਲੀ ਕਿਵੇਂ ਗਈ? ਇਸ ਇੱਕ ਸਿੱਟ ਦੇ ਕੋਲ ਹੈ ਤੇ ਡੀਆਈਜੀ ਕੋ ਫਾਈਲ ਕੀ ਰਹਿਣ ਗਈ, ਕਿਉਂ ਗਈ ਉਹ? ਅੱਛਾ ਰੱਖ, ਇਹਦਾ ਵੀ ਜਵਾਬ ਦੇ ਤੁਸੀਂ ਨਾਲ ਥੋੜਾ ਜਵਾਬ ਦਿਓ। ਚਲੋ ਉਹਨੇ ਕਿਹਾ 23 ਦਸੰਬਰ ਤੱਕ ਜੇ ਤੁਸੀਂ ਇਹਨੂੰ ਫੜ ਕੇ ਪੇਸ਼ ਨਹੀਂ ਕਰਦੇ ਤੇ ਆਪਣਾ ਬੋਰੀਆ ਜਿਸ ਤਰ੍ਹਾਂ ਨਾਲ ਹੀ ਬੰਦ ਕੇ ਲੈ ਇੱਥੇ ਕੋਰਟ ਦੇ। ਅੱਛਾ ਰੱਖ। ਪੁਲਿਸ ਤੇ ਕੀ ਰੁਖ ਤਿਆਰ ਕਰਦੀ ਇਹਦੇ ਪਤਾ ਨਹੀਂ, ਕਿਉਂਕਿ ਅਫਸਰਾਂ ਦਾ ਤੇ ਜੱਜਾਂ ਦਾ ਸਰ ਆਪਸੇ ਤਾਲਮੇਲ ਨਹੀਂ ਬਣਿਆ ਹੁੰਦਾ, ਨਹੀਂ ਬਣਿਆ ਹੁੰਦਾ। ਆਓ ਸ਼ਾਮ ਨੂੰ ਮੀਟਿੰਗਾਂ ਤੇ ਹੁੰਦੀਆਂ ਹੀ ਆ। ਅੰਮ੍ਰਿਤਸਰ ਦੇ ਵਿੱਚ ਮਹਿਲ ਸਿੰਘ ਭੁੱਲਰ ਉਦੋਂ IG ਤੇ DIG ਹੁੰਦੇ ਸੀਗੇ, ਤੇ ਇੱਕ ਜਿਹੜੇ ਮੁੰਡੇ ਫੜੇ ਸੀ ਉਹਨਾਂ ਨੂੰ ਜੱਜ ਨੂੰ ਕਿਵੇਂ ਛੱਡਣਾ ਨਹੀਂ, ਕਹਿੰਦਾ ਨਹੀਂ ਖਿਲਾਫ ਹੈ ਕੁਝ ਨਹੀਂ, ਮੈਂ ਕਿਵੇਂ ਰੱਖ ਸਕਦਾ ਉਹਨਾਂ ਨੂੰ ਅੰਦਰ ਜੇਲ੍ਹ ਦੇ ਵਿੱਚ। ਉਹਨੇ ਬਰੀ ਕਰਤੇ। ਇਮੀਡੀਏਟਲੀ ਉਹਦੀ ਸਿਕਿਉਰਿਟੀ ਵਿਡਰਾ ਕਰ ਲਈ ਕਿ ਵੀ ਸਿਕਿਉਰਿਟੀ ਕੋਈ ਨਹੀਂ, ਮਰਦਾ ਤੇ ਮੰਨਦੇ ਹੋ ਕੋਈ ਗੱਲ। ਸਾਡੀ ਆਖਿਰ ਮੰਨੀ ਪੁਲਿਸ ਦਾ ਰਾਜ ਜਿੱਦਾਂ ਤਕਲਾ ਸੀਗਾ। ਬਿਲਕੁਲ ਬਿਲਕੁਲ। ਉਹ ਜੱਜ ਆਪਣੀ ਗੱਡੀ ਨਹੀਂ ਸਿੱਧਾ ਚੰਡੀਗੜ੍ਹ ਮੁੜ ਕੇ ਵਾਪਸ ਆਇਆ ਹੀ ਨਹੀਂ, ਕਹਿੰਦਾ ਮੈਂ ਨਹੀਂ ਜਾਣਾ ਉੱਥੇ ਅੰਮ੍ਰਿਤਸਰ, ਮੈਨੂੰ ਇੱਥੇ ਮੇਰੀ ਬੱਸ ਬਦਲ ਕੇ ਨਹੀਂ ਜਾਂਦਾ। ਵੈਸੇ ਰੱਖੋ, ਸ਼ੁਕਰ ਹੈ ਰਾਹ ਦੇ, ਸ਼ੁਕਰ ਹੈ ਰਾਹ ਦੇ ਵਿੱਚ ਕੋਈ ਚੰਨ ਨਹੀਂ ਚੜਿਆ। ਸੁਖਪਾਲ ਸਿੰਘ ਖਹਿਰਾ ਨਾਲ ਹੀ ਲਾ ਲਈਏ, ਬੈਂਸ ਹੋਣੀ ਆਏ ਤੇ ਖਹਿਰਾ ਵੀ ਕਿੱਥੇ ਪਿੱਛੇ ਰਹਿ ਜੇ। ਹਾਈ ਕੋਰਟ ਅਦਾਲਤ ਨੇ ED ਨੂੰ ਕੀਤਾ ਨੋਟਿਸ ਜਾਰੀ, ਕੀ ਕਹਿਣਾ ਚਾਹੋਗੇ? ਇਹਨਾਂ ਵੀ ਸੱਚ ਨਾ ਬੋਲ ਕੇ ਕੱਲਾ ਰਹਿ ਗਏ, 4 ਕੁ ਬੰਦੇ ਸ਼ਾਟਲਾ ਬੋਡਾ ਤੇ। ਇੱਥੇ ਨਾ ਮਰਨ ਦਾ ਬੜਾ ਮਜ਼ਾ ਆਉਂਦਾ ਪੱਟੀ ਸਾਹਿਬ, ਤੁਹਾਨੂੰ ਮੈਂ ਪਿਛਲੇ ਵਾਰੀ ਵੀ ਕਿਹਾ ਸੀ। ਬਾਦਲ ਸਾਹਿਬ ਨੇ ਕਿਹਾ ਸੀ, ਕਹਿੰਦਾ ਬਾਦਲ ਪਿੰਡ ਦਾ ਜਿਹੜਾ ਸ਼ਮਸ਼ਾਨ ਜਿਹੜੇ ਏਡਾ ਵਧੀਆ ਬਣ ਗਿਆ ਤੇ ਮਰਨ ਨੂੰ ਕੀ ਕਰਦੇ। ਬਿਲਕੁਲ ਨਹੀਂ, ਉਹ ਮਨੇ ਇਹ ਤਾਂ ਬਾਦਲ, ਇਹ ਤਾਂ ਬਾਦਲ ਪਿੰਡ ਨੂੰ ਵੀ ਛੱਡਦੇ ਆ। ਵੈਸੇ ਮਾਫ ਕਰਨਾ, ਪਿੰਡ ਫਤਿਆਬਾਦ ਦਾ ਜਿਹੜਾ ਸਾਡਾ, ਤੁਸੀਂ ਪੱਟੀ ਸਾਹਿਬ ਜਾ ਕੇ ਵੇਖ ਕੇ ਆਇਓ ਕਿਤੇ, ਉਹ ਸੱਚਖੰਡ ਹੈ ਨਾ, ਚਲੋ ਜਿੰਨੇ ਜੋਗੇ ਹੈਗੇ ਉਦੋਂ ਤਿਲ ਫੁੱਲ ਅੱਜ ਤੋਂ ਕੋਈ ਕਈ ਸਾਲ ਪਹਿਲਾਂ ਕਿੱਕਰ ਕਾਲੀ ਵੱਢ ਕੇ ਮੁੰਡਿਆਂ ਨੇ ਤੇ ਜੋ ਉੱਥੇ ਬੂਟੇ ਬਾਟੇ ਲਾਏ ਨੇ ਤੇ ਬੜਾ ਪੈਰ ਸਵਰਗ ਬਣਿਆ। ਮੈਂ ਤਾਂ ਕਹਿੰਦਾ ਵੀ ਜੇ ਉੱਥੇ ਹੋਵੇ ਤੇ ਸਤਿਗੁਰੂ ਸੱਚੇ ਮਾਰਗ ਚੱਲਦਿਆਂ ਇੱਕ ਪਾਲਣਾ ਲਾਵੇ ਤੇ ਮਰਨ ਦਾ ਮਜ਼ਾ ਇੱਥੇ ਵੈਸੇ। ਇੱਥੇ ਨਾ ਬਹੁਤ ਸੋਹਣੀ ਟਾਈ ਟੂਈ ਲਾਉਂਦੇ ਆ, ਬੰਦੇ ਦੀ ਦਸਤਾਰ ਸੋਹਣੀ ਹੈ। ਮੈਂ ਗੱਲ ਕਰਾਂਗਾ ਕਦੇ ਨਾ ਆਪਣੇ ਲੋਟਸ ਫਿਊਨਲ ਹੋਮ ਵਾਲੇ ਵੀਰ ਹਰਮਿੰਦਰ ਹੰਸੀ ਉਹਨਾਂ ਨਾਲ ਆਉਣਾ, ਉਹਨਾਂ ਨੇ ਸਾਡੇ ਸਟੂਡੀਓ ਦੇ ਵਿੱਚ। ਹੁਣ ਥੋੜ੍ਹਾ ਖੁੱਲ੍ਹ ਗਿਆ, ਹੁਣ ਗੈਸਟ ਆਇਆ ਕਰਨੇ ਆ, ਅਤੇ ਹੁਣ ਸਾਡੇ ਪੱਤਰਕਾਰਾਂ ਨੇ ਫੀਲਡ ਦੇ ਵਿੱਚ ਵੀ ਇੰਡੀਆ ਦੇ ਵਿੱਚ ਆਪਾਂ ਟੀਮ ਵੱਡੀ ਕਰ ਰਹੇ ਹਾਂ, ਉਹ ਹੌਲੀ ਹੌਲੀ ਸਹਿਜ ਪੱਕੇ ਸਮੀਠਾ ਹੋਏ। ਹਾਂਜੀ, ਸੋ ਲੋਟਸ ਫਿਊਨਲ ਹੋਮ ਵਾਲੇ ਮੈਂ ਗੱਲ ਕਰਾਂਗਾ ਵੀ ਜਦੋਂ ਉਹ ਬੰਦਾ ਜਾਂ ਬੁੱਢੀ ਜਾਂ ਬੱਚਾ ਜਦੋਂ ਪੂਰਾ ਹੁੰਦਾ ਹੈ ਅਤੇ ਉਹ ਜਦੋਂ ਮੇਕਅਪ ਕਰਦੇ ਨੇ ਉਹਨਾਂ ਦਾ, ਹਾਂਜੀ, ਪੂਰਾ ਉਸੇ ਤਰ੍ਹਾਂ ਤਿਆਰ ਕਰ ਦਿੰਦੇ ਨੇ। ਐਨ ਲੱਗਦਾ ਕਿ ਇਹਨੇ ਉੱਠ ਕੇ ਨਾ ਪੈਸੇ ਮੰਗਣ ਲੱਗ ਪੈਣਾ, ਤੂੰ ਤਾਂ ਯਾਰ ਮੈਨੂੰ ਫੁੱਲ ਚਾੜਨਾ, ਮੇਰੇ ਪੈਸੇ ਦੇਣੇ ਸੀ ਤੂੰ ਤੇ, ਹੈ ਨਾ। ਮੈਂ ਹਾਸੇ ਮਜ਼ਾਕ ਨਾਲ ਗੱਲ ਕਰ ਰਿਹਾ ਵੀ ਇਹੋ ਜਿਹੇ ਬੰਦੇ ਵੀ ਹੁੰਦੇ ਨੇ ਵੀ ਉਹਨਾਂ ਨੇ ਕਈਆਂ ਕੋਲ ਲੈਣਾ ਹੁੰਦਾ ਅਤੇ ਉਹ ਫੁੱਲ ਚਾੜਨ ਲੱਗਦੇ ਨੇ, ਅਤੇ ਸੋਚਦਾ ਬੰਦਾ ਯਾਰ ਇਹ ਤਾਂ ਬਿਲਕੁਲ ਇੰਝ ਲੱਗਦਾ ਜਦੋਂ ਵੀ ਉੱਠ ਖਲੋਣਾ ਹੁੰਦਾ। ਇੱਦਾਂ ਦਾ ਉਹਨੂੰ ਇੱਦਾਂ ਦਾ ਤਿਆਰ ਕਰਦੇ ਨੇ, ਪੂਰੀ ਟਾਈ ਸ਼ਾਈ 50-50 ਜੋ ਅਤਰ ਫਲੇਲ ਪੂਰਾ ਲੱਗਾ ਹੁੰਦਾ, ਫੁੱਲਾਂ ਦੇ ਗੁਲਦਸਤੇ ਪਾਏ ਹੁੰਦੇ ਆ, ਆਸੇ ਪਾਸੇ ਉਹਦੇ ਮਨ ਪਾਉਂਦੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਨੇ। ਅੱਛਾ, ਗੋਰਿਆਂ ਦੇ ਵਿੱਚ ਤਾਂ ਇੱਥੇ ਆ ਕਿ ਉਹ ਤਾਂ ਟੋਸਟ ਕਰਦੇ ਨੇ, ਮਤਲਬ ਪਾਰਟੀ ਕਰਦੇ ਨੇ। ਜਿਹੜੇ ਸਾਡੇ ਗਿਆਨਾਂ ਵਾਲੇ ਨੇ, ਮਤਲਬ ਦੂਸਰੇ ਗਿਆਨੀ ਕਮਿਊਨਿਟੀ ਦੇ ਨੇ, ਉਹ ਹੈ ਕਿ ਤਾਂ ਬੇਸਿਕ ਨੂੰ ਉਹਨਾਂ ਦੇ ਮਗਰ ਸਿੰਘ ਲੱਗੇ ਹੁੰਦੇ ਆ, ਉਹਨਾਂ ਦੇ ਨਾ ਸਿੰਘ ਵੇਖਿਆ ਮੈਂ। ਉਹ ਜਿਹੜੇ ਸਾਡੇ ਵੱਡ ਵਡੇਰੇ ਸੀ ਉਹ ਸਿੰਘ ਵੀ ਨੇ ਅਤੇ ਉਹ ਹਿੰਦੂ ਵੀ ਨੇ। ਰਿਲੀਜੀਅਸ ਜਿਹੜਾ ਵਾ ਉਹ ਹਿੰਦੂ ਅਪਣਾਇਆ ਹੋਇਆ ਉਹਨਾਂ ਨੇ, ਮਗਰ ਸਿੰਘ ਲੱਗਿਆ ਹੁੰਦਾ। ਉਹ ਬਕਾਇਦਾ ਟੋਸਟ ਕਰਦੇ ਨੇ, ਬਕਾਇਦਾ ਮਤਲਬ ਪਾਰਟੀਆਂ ਕਰਦੇ ਨੇ। ਉੱਥੇ ਆ ਕੇ ਉਹਦੇ ਮਨ ਭਾਉਂਦੀ ਦਾਰੂ ਪੀਤੀ ਜਾਂਦੀ ਹੈ, ਮਨ ਭਾਉਂਦੇ ਉਹਦੇ ਚੀਜ਼ਾਂ ਦੇ ਬਸਤਰ ਪਹਿਰਾਵੇ ਉਹਨੂੰ ਪਾਏ ਜਾਂਦੇ ਨੇ, ਉੱਥੇ ਪਾਰਟੀ ਚੱਲਦੀ ਹੈ, ਕੋਈ ਰੋਣ ਸ਼ੋਣ ਨਹੀਂ। ਉਹ ਕਹਿੰਦਾ ਜਦੋਂ ਨਵਾਉਣ ਆਉਂਦੇ ਨੇ ਉਦੋਂ ਮਾੜਾ ਮੋਟਾ ਠੀਕ ਹੈ ਭਾਵੁਕ ਹੁੰਦੇ ਨੇ, ਪਰ ਉਹਦੇ ਮਨ ਭਾਉਂਦੀਆਂ ਚੀਜ਼ਾਂ ਲਿਆ ਕੇ ਉੱਥੇ ਰੱਖਦੇ ਨੇ। ਜੇ ਖਾਣ ਵਾਲੀਆਂ ਤਾਂ ਖਾਂਦੇ ਨੇ, ਪੀਣ ਵਾਲੀਆਂ ਤਾਂ ਪੀਂਦੇ ਨੇ, ਅਤੇ ਉਹਨੂੰ ਤਿਆਰ ਕਰਕੇ ਜਾਂਦੇ ਨੇ। ਐਵੇਂ ਬਿਲਕੁਲ ਜਿਵੇਂ ਨਵ ਜੰਮਿਆ ਬੱਚਾ, ਜਾਂ ਜਿਵੇਂ ਆਪਾਂ ਵਿਆਹ ਸ਼ਾਦੀ ਦੁਲਹਾ ਤਿਆਰ ਹੁੰਦੇ ਨੇ। ਹਾਂਜੀ, ਸੋ ਇੱਥੇ ਮਜ਼ਾ ਹੀ ਕੁਝ ਹੋਰ ਆ, ਭਾਵੇਂ ਉਹ ਬਾਦਲ ਦਾ ਹੋਵੇ ਪਿੰਡ ਅਤੇ ਭਾਵੇਂ ਹੋਵੇ
ਸਾਡਾ ਫਤਿਆਬਾਦ ਵਾਲਾ, ਸਾਡੇ ਫਤਿਆਬਾਦ ਦਾ ਤੇ ਮੈਂ ਤੁਹਾਨੂੰ ਸੱਦਾ ਦਊਂਗਾ, ਜਾ ਕੇ ਵੇਖਿਆ ਸੱਚਖੰਡ ਸਾਡਾ ਬਹੁਤ ਸੋਹਣਾ ਬਣਾਇਆ ਉੱਥੇ, ਮਤਲਬ ਮਰਨ ਦਾ ਮਜ਼ਾ ਉੱਥੇ ਵੀ ਵਧੀਆ। ਪਿੰਡਾਂ ਪਿੰਡਾਂ ਦੇ ਵਿੱਚ ਨੌਜਵਾਨ ਜਾਗਰਤ ਹੋਏ ਨੇ, ਬੜੇ ਸੋਹਣੇ ਸੋਹਣੇ ਬਣਾਏ ਨੇ। ਪਰ ਮੈਂ ਇੱਥੋਂ ਦੀ ਗੱਲ ਕਰ ਰਿਹਾ ਸੀ ਕਿ 4 ਕੁ ਬੰਦੇ ਰੱਖ ਲਿਆ ਮੋਢਾ ਦੇਣ ਲਈ, ਇੱਥੇ ਮੋਢਾ ਦੇਣ ਦੀ ਲੋੜ ਨਹੀਂ ਪੈਂਦੀ। ਇੱਥੇ ਤੇ ਨਾ ਉਹ ਬੰਦਾ ਤਿਆਰੀ ਕਰਕੇ ਪਹਿਲਾਂ ਪੈਸੇ ਜਮ੍ਹਾਂ ਕਰਾ ਦੇ ਤੇ ਰੇੜ ਕੇ ਉਹ ਜਦੋਂ ਫੱਟੇ ਤੇ ਲੈ ਕੇ ਜਾਂਦੇ ਨੇ ਉੱਥੇ ਆਪੇ ਲੈ ਜਾਂਦੇ ਨੇ। ਇੱਥੇ ਕੋਈ ਗੱਲ ਨਹੀਂ ਗੀ, ਸੱਚ ਬੋਲੀ ਚਲੋ ਤੁਸੀਂ, ਕੋਈ ਗੱਲ ਨਹੀਂ। ਹਾਂਜੀ ਪਲੀਜ਼, ਸੌਰੀ ਟੂ ਇੰਟਰਪਟ ਯੂ। ਨਹੀਂ ਨਹੀਂ ਨਹੀਂ, ਚਲੋ ਅਗਲਾ ਹੁਣ ਆਪਾਂ ਗਲਤੀ ਕਰਦੇ ਕਿਸੇ ਦਵਿੰਦਰਪਾਲ ਭੁੱਲਰ ਦੀ। ਹਾਂਜੀ, ਨਹੀਂ ਸੁਖਪਾਲ ਖਹਿਰਾ ਉਹਨਾਂ ਦੀ। ਸੁਖਪਾਲ ਖਹਿਰਾ ਦੀ, ਸੁਖਪਾਲ ਖਹਿਰਾ ਦੀ। ਸੁਖਪਾਲ ਸਿੰਘ ਖਹਿਰਾ ਨੇ ਨਾਲੇ ਸਿੱਧਾ ਈਡੀ ਦਾ ਪੰਗਾ ਲਿਆ, ਸਿੱਧਾ ਕਹਿਤਾ ਵੀ ਈਡੀ ਨੇ ਮੇਰੇ ਖਿਲਾਫ ਗਲਤ ਕੇਸ ਦਰਜ ਕੀਤਾ, ਮੇਰੇ ਖਿਲਾਫ ਕਾਰਵਾਈ ਕੀਤੀ ਹੈ। ਉਹਦੀ ਸੁਣਵਾਈ ਅਜੇ, ਉਹਦਾ ਜਿਹੜਾ ਕੇਸ ਕੀਤਾ ਵਾ ਉਹਦੇ ਤੇ ਆਰਡਰ ਆਉਣਾ ਬਾਕੀ। ਜੇ ਇਸ ਦਾ ਪੰਗਾ ਲੈਣਾ ਵੀ ਈਡੀ ਦੀ ਬੰਦ ਕਿਉਂ ਹੁੰਦੀ? ਆਪਾਂ ਅੱਗੇ ਵੀ ਗੱਲ ਕੀਤੀ ਕਿ ਹੁਣ ਖਹਿਰਾ ਜ਼ਰੂਰ ਹਾਈ ਕੋਰਟ ਜਾਏਗਾ। ਜਿੰਨੇ ਵੀ ਲੀਡਰ ਆ ਸਾਰਿਆਂ ਨੂੰ ਪਤਾ ਜੀ ਅਸੀਂ ਕੁੱਤੇ ਕੰਮ ਕਰਦੇ ਆ, ਸਾਡੇ ਤੇ ਇਹਦੀਆਂ ਭੀੜਾਂ ਬਣੀਆਂ, ਕੇਸ ਦਰਜ ਹੋਣੇ ਨੇ ਸਾਰੇ ਦੇ ਆਪਣੇ, ਕਿਸੇ ਨੇ ਆਪਣੀ ਧੀ, ਕਿਸੇ ਨੇ ਜਵਾਈ, ਕਿਸੇ ਨੇ ਪੁੱਤ, ਕਿਸੇ ਨੇ ਭਰਾ, ਸਾਰੇ ਇੱਕ ਵਕੀਲ ਬਣਾਏ। ਠੀਕ ਹੈ, ਜਿਹਦਾ ਮਰਜ਼ੀ ਤੁਸੀਂ ਰਿਕਾਰਡ ਖੋਲ ਕੇ ਰੱਖੀ। ਅੱਛਾ ਅੱਛਾ। ਇਵਨ ਨਵਜੋਤ ਸਿੰਘ ਸਿੱਧੂ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਜੀ ਮੈਂ ਬੜਾ ਆਂਦਾਈ ਦਾ ਪੁੱਤਰ, ਉਹਨੇ ਆਪਣਾ ਮੁੰਡਾ ਵਕੀਲ ਬਣਾਇਆ ਸੀ। ਜਸਪਾਲ ਸਿੰਘ ਖੁੱਲਾ ਖਰੋ ਜਿਹੜਾ ਬੇਟਾ ਮਹਿਤਾਬ ਸਿੰਘ ਉਹ ਵੀ ਵਕੀਲ। ਇਸ ਕਰਕੇ ਹੁਣ ਇਹਨਾਂ ਨੇ ਆਪਣੀ ਜਿਹੜੀ ਹਾਈ ਕੋਰਟ ਗਏ ਨੇ ਕਿ ਸਾਨੂੰ ਬੇਲ ਦਿੱਤੀ ਜਾਵੇ। ਇਹਨਾਂ ਨੇ ਮੈਨੂੰ 11 ਵਾਰੀ ਬੁਲਾਇਆ, ਮੈਂ ਆਇਆ ਤੇ ਮੈਨੂੰ ਫਿਰ ਬੁਲਾਇਆ ਤੇ ਮੈਂ ਮੈਨੂੰ ਰੈਸਟ ਕਰ ਲਿਆ ਇਹਨਾਂ ਨੇ। ਪੱਟੀ ਸਾਹਿਬ ਦੱਸੋ ਜੀ ਕੀਤਾ ਕਿਹੜੇ ਕੇਸ ਚ? ਸੌਰੀ ਟੂ ਅਗੇਨ ਇੰਟਰਪਟ ਯੂ। 2 ਹੀ ਬੱਚੇ ਨੇ, ਇੱਕ ਬੇਟਾ ਇੱਕ ਬੇਟੀ ਆ। ਬੇਟਾ ਜੋ ਕਰਦਾ ਤੁਸੀਂ ਸਭ ਜਾਣਦੇ ਹੀ ਹੋ। ਤੇ ਹਰ ਮਾਂ-ਬਾਪ ਦੀ ਤ੍ਰਿਸ਼ਨਾ ਹੁੰਦੀ ਹੈ, ਜਿੱਦਾਂ ਆਪਾਂ ਪੰਜਾਬੀ ਟਿਪੀਕਲ ਕਿ ਮੇਰਾ ਬੱਚਾ ਡਾਕਟਰ ਬਣੇ, ਇੰਜੀਨੀਅਰ ਬਣੇ, ਜਾਂ ਆਹ ਕਰ ਲੈ ਜਾਂ ਉਹ ਕਰ ਲੈ, ਵੱਡੇ ਵੱਡੇ ਰੁਤਬੇ ਆਪਾਂ ਹੈ ਨਾ, ਵੀ ਭਾਵੇਂ ਸਾਡੇ ਜਿਸਮ ਦੀ ਬੋਟੀ ਬੋਟੀ ਵਿਕ ਜਾਵੇ ਹੈ ਨਾ, ਸਾਰੇ ਦੀ ਮੈਂ ਨਹੀਂ, ਸਾਰੇ ਮਾਂ-ਬਾਪ ਹੈ ਨਾ। ਤੇ ਅਰਸ਼ ਨੂੰ ਪੁੱਛਿਆ, ਮੈਂ ਕਹਿੰਦਾ ਵੀ ਆਪਾਂ ਤੇ ਹੀਰੋ ਬਣਨਾ। ਮੈਂ ਕਿਹਾ ਜੀ ਬਥੇਰਾ ਘਰ 'ਚ ਚੱਲਿਆ ਮਾੜਾ ਮੋਟਾ, ਪਰ ਆਖਰ ਮੈਂ ਕਿਹਾ ਚਲੋ ਕਿ ਗੋ ਵਾਟ ਐਵਰ ਯੂ ਵਾਂਟ। ਠੀਕ ਹੈ, ਚਲੋ ਆਪਣਾ ਉਹ ਵਾਪਸ ਆਇਆ, ਅੱਜ ਕੱਲ੍ਹ ਆਪਣੇ ਕਿੱਤੇ ਦੇ ਵਿੱਚ ਟੌਪ 'ਤੇ ਹੈ। ਇੰਨਾ ਵਾ ਵੀ ਦੁਨੀਆ ਦੇ ਆਪਣੇ ਥੋੜ੍ਹੇ ਸਮੇਂ 'ਤੇ ਅੱਜ ਯੰਗੈਸਟ ਉਹਨੇ 18ਵਾਂ ਨੰਬਰ ਵਰਲਡ ਵਾਈਡ ਬਣਾ ਲਿਆ। ਕੈਨੇਡਾ ਦੇ ਵਿੱਚ 9ਵੇਂ ਨੰਬਰ 'ਤੇ ਪਹੁੰਚ ਗਿਆ। ਉਦੋਂ ਪਹਿਲਾਂ ਕਿੰਨੇ ਕਿੰਨੇ ਮਹਾਰਥੀ ਬੈਠੇ ਨੇ, ਕਿੰਨੇ ਕਿੰਨੇ ਧਨਾਲ ਬੈਠੇ ਨੇ। ਸਾਡੇ ਲਈ ਇਹ ਵੀ ਬੜੀ ਮਾਣ ਵਾਲੀ ਗੱਲ ਆ, ਇਹ ਵੀ ਇੱਕ ਰੁਤਬਾ ਆਪਣੀ ਰੋਜੀ ਰੋਟੀ ਖਾਂਦਾ। ਬੇਟੀ ਨੇ ਆ ਕੇ ਕਿਹਾ ਕਿ ਮੈਂ ਤੇ ਡੈਡ, ਮੈਂ ਪੁੱਛਿਆ ਵੀ ਬੇਟੇ ਕੀ ਕਰਨਾ? ਕਹਿੰਦੇ ਵੀ ਮੈਂ ਤਾਂ ਕਰਮਨੋਲੋਜੀ। ਮੈਂ ਕਿਹਾ ਜੀ ਕਰਮਨੋਲੋਜੀ? ਪਹਿਲਾਂ ਤਾਂ 3 ਦਿਨ ਸਾਨੂੰ ਕਰਮਨੋਲੋਜੀ ਸਮਝਣ ਬੋਲਣ ਤੇ ਲੱਗਿਆ ਵੀ ਇਹ ਪ੍ਰੋਨਾਊਂਸੀਏਸ਼ਨ ਕਿਵੇਂ ਕਰਨੀ ਹੈ ਨਾ। 2-3 ਦਿਨ ਦੀ ਪ੍ਰੈਕਟਿਸ ਕਰਮਨੋਲੋਜੀ ਕੀ ਹੁੰਦੀ, ਚਲੋ ਕੋਈ ਲਫ਼ਜ਼ ਇਹੋ ਜਿਹੇ ਨੇ ਤੁਹਾਡੇ ਜ਼ਬਾਨ 'ਤੇ ਨਹੀਂ ਚੜ੍ਹੇ ਹੁੰਦੇ ਨਾ। ਤੇ ਹੁਣ ਪੇਸ਼ੇ 'ਚੋਂ ਉਹਨਾਂ ਨੇ ਵਕੀਲ ਬਣ ਜਾਣਾ, ਮਤਲਬ ਇੱਕ ਅੱਧਾ ਹੋਰ ਮਹੀਨਾ ਖੰਡ। ਮੈਂ ਗੱਲ ਯਾਦ ਆ ਰਹੀ ਸੀਗੀ ਵੀ ਤੁਸੀਂ ਕਿਹਾ ਕਿ ਸਾਰਿਆਂ ਨੇ ਆਪ ਆਪਣੇ ਬੱਚੇ ਵਕੀਲ ਬਣਾਏ ਨੇ। ਕਿਸੇ ਵੇਲੇ ਹੋ ਸਕਦਾ ਕਿ ਮਾਂ ਬਾਪ ਤਾਂ ਕੁਝ ਹੋਰ ਸੋਚਦੇ ਹੋਣਗੇ, ਪਰ ਬੱਚੇ ਆ ਕੇ ਇੱਕ ਆਪਣੀ ਮਨੋ ਦਿਸ਼ਾ ਦੱਸਦੇ ਨੇ ਕਿ ਡੈਡ ਆਈ ਵਾਂਟ ਟੂ ਬੀ ਦੈਟ, ਮੈਂ ਆਹ ਬਣਨਾ ਚਾਹੁੰਦੀ ਹਾਂ ਨਾ, ਜਾਂ ਆਹ ਬਣਨਾ ਚਾਹੁੰਦਾ ਨਾ। ਉਹਦੇ ਵਿੱਚ ਮਾਂ ਬਾਪ ਦੀ ਵੀ ਕਿਸੇ ਵੇਲੇ ਭੂਮਿਕਾਰੀ ਹੁੰਦੀ। ਜਿਵੇਂ ਹੁਣ ਤੁਸੀਂ ਆਪਣੇ ਬੱਚਿਆਂ ਦੀ ਵੀ ਸਟੋਰੀ ਸੁਣਾਉਂਦੇ ਹੋ ਕਿ ਦੇ ਆਰ ਵੈਰੀ ਹਾਈ ਲੈਵਲ 'ਤੇ ਉਹਨਾਂ ਦੀ ਸੈਟਅਪ ਹੈਗੀ ਆ ਨਾ। ਸੋ ਕਿਸੇ ਵੇਲੇ ਆਪਾਂ ਗੱਲ ਕਰਦੇ ਹਾਂ ਲੀਡਰਾਂ ਦੀ ਵੀ ਉਹਨਾਂ ਦੇ ਬੱਚੇ ਉਹਨਾਂ ਨੇ ਵਕੀਲ ਬਣਾਏ ਨੇ, ਸ਼ਾਇਦ ਹੋ ਸਕਦਾ ਬੱਚਿਆਂ ਦੀ ਆਪਣੀ ਮਨ ਦੀ ਵੀ ਸੋਚ ਹੋਵੇ ਹੈ ਨਾ। ਜਿਵੇਂ ਮੈਂ ਆਪਣੀ ਬੇਟੀ ਦੀ ਗੱਲ ਕੀਤੀ ਹੈ ਕਿ ਉਹ ਸ਼ੀ ਵਾਂਟ ਟੂ ਬੀ ਅ ਲਾਇਰ ਹੈ ਨਾ, ਮਤਲਬ ਅੱਛੀ ਫੀਲਡ ਦੇ ਵਿੱਚ ਲਾਇਰ। ਉਹ ਮਤਲਬ ਇੱਕ ਹੁੰਦੇ ਨੇ ਘਰਾਂ ਦੀ ਸਿਰਫ ਕਲੋਜ਼ਿੰਗ ਕਰ ਲਈ ਜਾਂ ਮਾੜੇ ਮੋਟੇ, ਉਹ ਸ਼ੀ ਵਾਂਟ ਟੂ ਗੋ ਟੂ ਡਿਫਰੈਂਟ ਵੇ, ਰਾਈਟ, ਡਿਫਰੈਂਟ ਹਟ ਕੇ ਕੁਝ ਕਰਨਾ ਚਾਹੁੰਦੇ ਆਪੋ ਆਪਣੀ ਹੁੰਦੀ। ਪਰ ਕਿੱਥੇ ਵਾਪਸ ਮੁੜਦੇ, ਕਿੱਥੇ ਬੱਚੇ ਸੈੱਟ ਹੁੰਦੇ, ਉਹਦੀ ਕਿਸਮਤ ਹੈ। ਮੈਂ ਆਪਾਂ ਥੋੜ੍ਹਾ ਲਿੰਕ ਤਾਂ ਕਰਨਾ ਚਾਹੁੰਦਾ ਸੀ ਵੀ ਬੱਚੇ ਜਿਹੜੇ ਨੇ ਕਿਸੇ ਵੇਲੇ ਆਪ ਹੀ ਮਾਂ ਬਾਪ ਨੂੰ ਦੱਸਦੇ ਨੇ ਕਿ ਮੈਂ ਆਹ ਬਣਨਾ ਹੈ ਨਾ। ਹੁਣ ਜਿੱਦਾਂ ਸਾਡੇ ਬੱਚਾ ਤੁਸੀਂ ਜਾਣਦੇ ਹੋ ਕਰਨ, ਹਾਂਜੀ, ਅਤੇ ਇਹ ਅੱਜ ਕੱਲ੍ਹ ਐਡੀਟਿੰਗ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਵਾਹਿਦ ਇੱਕ ਸਟੂਡੈਂਟ ਹੋਣਾ ਪੰਜਾਬੀ। ਇਹਦੇ ਆਸੇ ਪਾਸੇ ਚਾਈਨੀ, ਪੁਰਤਗੀਜ਼, ਇਟਾਲੀਅਨ, ਇਹ ਦੱਸਦਾ ਕਿ ਸਾਰੇ ਦੂਜੇ ਹੀ ਨੇ, ਮੈਂ ਇਕੱਲਾ ਸਰਦਾਰ ਆ ਆਪਣੇ ਜਿਹੜੀ ਫੀਲਡ ਜਿਹੜੀ ਚੁਣੀ ਹੈ। ਅਤੇ ਪ੍ਰਾਊਡ ਮਾਣ ਮਹਿਸੂਸ ਹੁੰਦਾ ਕਿ ਬੱਚਾ ਯਾਰ ਡਿਫਰੈਂਟ ਫੀਲਡ ਦੇ ਵਿੱਚ ਜਾ ਰਿਹਾ ਹੈ ਨਾ।
ਤੇ ਉੱਥੇ ਇਕੱਲਾ ਹੀ ਹੈ, ਇਹਦੀ ਇਕੱਲੀ ਸੋਚ ਆ ਕਿ ਮੈਂ ਇਹ ਬੰਨਾ। ਖੈਰ ਨਹੀਂ ਵੇ, ਥੈਂਕ ਯੂ ਵੈਰੀ ਮਚ। ਹਾਂਜੀ, ਇੱਕ ਬਕਾਇਦਾ ਤੌਰ ਤੇ ਮੈਂ ਇੱਕ ਤੁਹਾਡੇ ਨਾਲ ਖਬਰ ਜ਼ਰੂਰ ਸਾਂਝੀ ਕਰਨਾ ਚਾਹੁੰਦਾ। ਚਲੋ ਹਾਈ ਕੋਰਟ ਚਲੇ, ਹਾਈ ਕੋਰਟ ਕੀ ਫੈਸਲਾ ਕਰਦੀ ਬਿੱਲ ਦਾ, ਉੱਥੇ ਹੁਣ ਹਾਈ ਕੋਰਟ ਦੇ ਕੋਲੇ ਆ। ਇੱਕ ਬਕਾਇਦਾ ਤੌਰ ਤੇ ਖਬਰ ਸਾਂਝੀ ਕਰਨਾ ਚਾਹੁੰਦਾ ਕਿ ਇੱਕ ਵਿਅਕਤੀ ਜਿਹੜਾ ਵਾ ਉਹ 4 ਜਗ੍ਹਾ ਰੋਸ਼ਨ ਕਰ ਗਿਆ। ਹਾਂ, ਹਿਮਾਚਲ ਦਾ ਵਿਅਕਤੀ ਸੀਗਾ, ਉਹ ਕਿਤੇ ਪੌੜੀਆਂ ਤੋਂ ਡਿੱਗ ਪਿਆ, ਪੌੜੀ ਡਿੱਗਣ ਕਰਕੇ ਬੇਹੋਸ਼ ਹੋ ਗਿਆ ਤੇ ਉਹਨੂੰ ਬਕਾਇਦਾ ਤੌਰ ਤੇ ਪੀਜੀ ਲਿਆਂਦਾ। ਪੀਜੀ ਲਿਆਂਦਾ, ਇਲਾਜ ਕੀਤਾ ਤੇ ਉਹਦਾ ਬ੍ਰੇਨ ਡੈਡ ਹੋ ਗਿਆ। ਹਾਂਜੀ, ਡਾਕਟਰ ਨੇ ਕਹਿ ਦਿੱਤਾ ਭਾਈ ਬ੍ਰੇਨ ਡੈਡ ਹੋ ਗਿਆ, ਹੁਣ ਜੇ ਤੁਸੀਂ ਇਹਦੇ ਅੰਗਦਾਨ ਕਰ ਸਕਦੇ ਹੋ ਕਿ ਜ਼ਿੰਦਗੀ ਰੋਸ਼ਨ ਕਰ ਸਕਦੇ ਹੋ। ਹਾਂਜੀ, ਘਰ ਵਾਲਾ ਕਿਹਾ ਠੀਕ ਹੈ। ਜਿਹੜਾ ਉਹਦਾ ਦਿਲ ਸੀਗਾ, ਜਦੋਂ ਉਹਦੀ ਗੱਲ ਕੀਤੀ ਤੇ ਉਹ ਕਹਿੰਦੇ ਸਾਡੇ ਕੋਲ ਜਿਹੜਾ ਮਰੀਜ਼ ਹੈਗਾ ਉਹਦੇ ਇਹਦਾ ਜਿਹੜਾ ਬਲੱਡ ਦਾ ਬਲੱਡ ਮੈਚ ਕੀਤਾ, ਇਹਨਾਂ ਦਾ ਕੰਟੈਕਟ ਹੁੰਦਾ। ਬਕਾਇਦਾ ਤੌਰ ਤੇ ਮੇਰੇ ਖਿਆਲ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਤੇ ਬੰਗਲੌਰ ਕਿੱਥੇ ਸਾਊਥ ਸਟੇਟ ਦੇ ਵਿੱਚ ਉੱਥੇ ਇੱਕ ਮਰੀਜ਼ ਨੂੰ ਉਹ ਉੱਥੇ ਗਰੁੱਪ ਦਾ ਜਿਹੜਾ ਸੀ ਇੱਕ ਦਿਲ ਚਾਹੀਦਾ ਸੀ। ਇਹਨਾਂ ਫਲਾਈਟ ਵਾਲਿਆਂ ਨੇ ਕਿਹਾ ਵੀ ਸਾਨੂੰ ਦਿਨੋਂ ਘੱਟ ਤੋਂ ਘੱਟ ਸਮਾਂ ਲੱਗਣਾ ਚਾਹੀਦਾ ਉੱਥੇ ਪਹੁੰਚਣ ਲੱਗੇ। ਇਹ ਗੱਲ ਬੁੱਧਵਾਰ ਦੀ ਹੈ। ਬਕਾਇਦਾ ਤੌਰ ਤੇ 22 ਮਿੰਟ ਦੇ ਵਿੱਚ ਪੀਜੀਆਈ ਤੇ 에ਅਰਪੋਰਟ ਤੇ ਉਹ ਜਿਹੜਾ ਅਸੀਂ ਲੈ ਕੇ ਗਏ ਆਪਣਾ ਉਹ ਦਿਲ ਜਿਹੜਾ ਸੀ ਪੈਕ ਕਰਕੇ ਬੰਦ ਕੀਤਾ, ਉਹਨਾਂ ਪੈਕ ਕਰਕੇ ਦਿੱਤਾ। ਉਹ ਦਿਲ ਕੱਢ ਕੇ ਲੈ ਕੇ ਗਏ ਤੇ 3:25 ਤੇ ਫਲਾਈਟ ਚੱਲੀ ਤੇ ਰਾਤ ਨੂੰ 8:30 ਫਲਾਈਟ ਪਹੁੰਚੀ ਤੇ ਸਿੱਧਾ 8:30 ਵਜੇ ਉਹ ਜਿਹੜਾ ਦਿਲ ਸੀ ਹਸਪੀਟਲ ਪਹੁੰਚ ਗਿਆ। ਡਾਕਟਰ 3-4 ਬੈਠੀ, ਜਿਹੜੇ ਬੰਦੇ ਨੂੰ ਲੋੜ ਸੀ ਉਹਨੂੰ ਉਹ ਦਿਲ ਦਿੱਤਾ। ਇੱਕ ਇਹਨਾਂ ਕੋਲ ਪਿਆ ਸੀ ਮਰੀਜ਼ ਪੀਜੇ ਨੂੰ ਲਿਵਰ ਚਾਹੀਦਾ ਸੀ, ਉਹਨੂੰ ਲਿਵਰ ਦੇ ਦਿੱਤਾ। 2 ਮਰੀਜ਼ ਜਿਹੜੇ ਜੀ ਕਿਡਨੀ ਤੋਂ ਪੀੜਿਤ ਦੇਖੇ ਸੀ, ਉਹਨਾਂ ਦੀ ਕਿਡਨੀ ਮਿਲ ਗਈ, ਬਲੱਡ ਮਿਲ ਗਿਆ, ਉਹਨਾਂ ਨੂੰ 2 ਕਿਡਨੀਆਂ ਦੇ ਦਿੱਤੀਆਂ, 4 ਬੰਦੇ ਬਚਾ ਕੇ ਬੰਦਾ। ਪਰ ਅਜੇ 2 ਅੱਖਾਂ ਬਾਕੀ ਨੇ, ਇਹਦੇ ਬੰਦੇ ਦੀ ਥੋੜੀ ਬਾਰੀ ਮਤਲਬ ਹਿਲਦਾ ਮੋਟਾ ਜਾਨ ਚੱਲ ਰਹੀ, ਗਾੜੀ ਮੋਟੀ ਉਹਦੀ ਬ੍ਰੇਨ ਡੈਡ ਹੈ ਬਾਕੀ ਠੀਕ ਹੈ। ਅੱਛਾ, ਇਹਦੇ ਬਾਵਜੂਦ ਵੀ ਉਹ ਜਿੰਦਾ ਹੈ। ਹਾਂਜੀ ਹਾਂਜੀ ਹਾਂਜੀ, ਉਹਦੇ ਵਿੱਚ ਜਿਹੜੀ ਅੱਖਾਂ ਨੇ, ਅੱਖਾਂ ਦੇ ਵਿੱਚ ਵੀ ਬਕਾਇਦਾ ਤੌਰ ਤੇ ਤੁਸੀਂ ਇਹ ਚੀਜ਼ ਦੇਖ ਲਓ ਕਿ ਅੱਖਾਂ ਵੀ ਕੱਢ ਕੇ ਜਿਹੜੀਆਂ ਉਹ ਕਿਸੇ ਦਿਨ ਜਾ ਸਕਦੀ ਜੇ ਕੋਈ ਲੋੜਵੰਦ ਹੋਵੇ ਤੇ ਇਸ ਵੇਲੇ ਮਤਲਬ ਜੇ ਅੱਖਾਂ ਵੀ ਦਿੱਤੀਆਂ ਜਾਣ ਤੇ 6 ਬੰਦੇ ਉਹ ਰੋਸ਼ਨ ਕਰ ਸਕਦੇ, 6 ਬੰਦੇ ਬਚਾ। ਵਾਹ ਜੀ ਵਾਹ। ਅੱਛਾ, ਮਿਨੀਮਮ ਇੰਨੇ ਹੀ ਕਰ ਸਕਦੇ ਆ। ਸਰਜੀਤ ਸਿੰਘ ਆ, ਪ੍ਰੋਫੈਸਰ ਸਰਜੀਤ ਸਿੰਘ ਜਿਹੜੇ ਉੱਥੋਂ ਦੇ ਡਾਇਰੈਕਟਰ ਨੇ, ਉਹ ਕਹਿੰਦੇ ਇੰਨੀ ਜਾਗਰੂਕਤਾ ਹੋਣ ਦੇ ਬਾਵਜੂਦ ਵੀ 5 ਲੱਖ ਲੋਕ ਇਹਨਾਂ ਅੰਗਾਂ ਤੋਂ ਹਰ ਸਾਲ ਮਰ ਜਾਂਦੇ ਆ ਜਿਹੜੇ ਬਚਾ ਨਹੀਂ ਸਕਦੇ। ਪਿੱਛੇ ਜੇ COVID-19 ਦੇ ਵਿੱਚ ਕਹਿੰਦੇ ਐਕਸਟਰਾ ਹੀ ਆ ਗਏ ਸੀ ਇਹਨਾਂ ਕੋਲ, ਉਦੋਂ ਕੱਢ ਕੇ ਉਦੋਂ ਤੇ ਆਰਟੀਕਲ ਵੀ ਪੜਿਆ ਸੀਗਾ ਵੀ ਉਦੋਂ ਤਾਂ ਪਤਾ ਨਹੀਂ ਕਿੱਥੋਂ ਆ ਗਏ, ਕਹਿੰਦੇ ਪਤਾ ਨਹੀਂ ਬੂਟੇ ਲੱਗ ਗਏ, ਦਰਖਤ ਜੰਮ ਪਏ। ਹਾਂਜੀ, ਉਦੋਂ ਤੁਸੀਂ ਆਪਾਂ ਵੀ ਗੱਲ ਕੀਤੀ ਸੀ, ਯਾਦ ਆ ਤੁਹਾਨੂੰ? ਹਾਂਜੀ, ਉਦੋਂ ਆਪਾਂ ਵੀ ਗੱਲ ਕੀਤੀ ਸੀ ਵੀ ਜਿਹੜਾ ਹੈਦਰਾਬਾਦ ਵਾਲੇ ਪਾਸੇ, ਬੰਗਲੌਰ ਵਾਲੇ ਪਾਸੇ ਨਾ ਸਾਡੇ ਇੱਕ ਥੋੜੀ ਸਖਤੀ ਇਹ ਕੀਤੀ ਹੈ ਵੀ ਸਿਰਫ ਜੇ ਤੁਸੀਂ ਆਪਣੀ ਕਿਡਨੀ ਕੋਈ ਦੇਣੀ ਚਾਹੁੰਦਾ ਤੇ ਉਹ ਪਰਿਵਾਰ ਦਾ ਜੀਵ ਦੇ ਰਿਸ਼ਤੇਦਾਰ ਦੇ ਸਕਦਾ, ਬਾਕੀ ਬਾਹਰ ਦਾ ਗੱਲ ਤੇ ਮਸਲਾ ਤੇ ਪੱਟੀ ਸਾਹਿਬ ਇਹ ਆ ਨਾ ਵੀ ਪਰਿਵਾਰ ਦੇ ਜੀ ਕੋ ਤੋਂ ਟ੍ਰਾਂਸਪਲਾਂਟ ਜੋ ਖਰਚੇ ਦੇ ਪੈਸੇ ਹੀ ਹੈ ਨਹੀਂ। ਜੇ ਇੱਕ ਨੇ ਦੂਜੇ ਨੂੰ ਕਰਾਉਣਾ ਤਾਂ ਕੋਈ ਖਰਚੇ ਜੋ ਪੈਸੇ ਹੀ ਹੈ ਨਹੀਂ ਗੇ, ਉਹ ਫਾਰਮੈਲਿਟੀਆਂ ਹੀ ਇੰਨੀਆਂ ਵੱਡੀਆਂ ਨੇ। ਇਹ ਤੇ ਧਨਾਡਾ ਦਾ ਕੰਮ ਆ, ਇਸੇ ਕਰਕੇ ਤੇ ਮਤਲਬ ਤੁਹਾਡੇ ਪਤਾ ਨਹੀਂ ਉੱਥੇ ਅੰਮ੍ਰਿਤਸਰ ਦੇ ਵਿੱਚ ਹੀਗਾ ਤੇ ਮੁੰਨੇ ਇੱਥੇ ਬਰੈਂਪਟਨ ਦੇ ਵਿੱਚ ਵੀ ਘਰ ਲਿਆ ਸੀਗਾ ਡਾਕਟਰ ਜਿਹੜਾ ਕਾਬੂ ਆਇਆ ਸੀ, ਨਾਂ ਭੁੱਲ ਗਿਆ ਮੈਨੂੰ ਹੁਣ ਦਾ, ਸ਼ਾਇਦ ਤੁਹਾਨੂੰ ਯਾਦ ਹੋਵੇ, ਡਾਕਟਰ ਸਰੀਮ। ਇੱਥੇ ਵੀ ਰਹਿੰਦਾ ਰਿਹਾ, ਬਰੈਂਪਟਨ ਦਾ ਵੀ ਨਾਂ ਰੌਸ਼ਨ ਕੀਤਾ। ਬਰੈਂਪਟਨ ਦਾ ਨਾਂ ਤੇ ਵੈਸੇ ਵੀ ਬੜਾ ਰੌਸ਼ਨ ਆ, ਮਿਸੀਸਾਗਾ ਮਾਲਟਨ ਦੇ ਵਿੱਚ ਵੀ ਹੁਣ ਤੇ ਕਾਂ ਗਿਹਾਰੀਆਂ ਤੇ BC ਦਾ ਤੇ ਹੈ ਹੀ ਹੈ, ਪਰ ਉਹ ਇੱਥੇ ਵੀ ਉਹਨੇ ਘਰ ਲਿਆ ਸੀ, ਘਰ ਵੀ ਦਿਖਾਇਆ ਸੀ ਉਦੋਂ, ਕਿਡਨੀਆਂ ਤੇ ਲੀਵਰ ਤੇ ਅੱਖਾਂ। ਮਤਲਬ ਗੱਲ ਤੇ ਹੈ ਨਾ ਵੀ ਹੈ ਸਿਸਟਮ ਹੈ ਇੱਥੇ। ਹੁਣ ਮੈਂ ਉਦੋਂ ਵੀ ਦੁਹਰਾਇਆ ਸੀ, ਅੱਜ ਵੀ ਦੁਹਰਾਉਣਾ ਕਿ ਇੱਥੇ ਜਦੋਂ ਤੁਸੀਂ ਹੈਲਥ ਕਾਰਡ ਅਪਲਾਈ ਕਰਨ ਜਾਣਾ, ਸਾਡਾ ਜਿਹੜਾ ਗੌਰਮੈਂਟ ਦਾ ਇੱਕ ਹੈਲਥ ਕਾਰਡ ਆ, ਹੈਲਥ ਕਾਰਡ ਜਦੋਂ ਤੁਸੀਂ ਰੀਨਿਊ ਕਰਨ ਜਾਂਦੇ ਹੋ ਤੇ ਇੱਕ ਟਿਕ ਮਾਰਕ ਲੱਗਾ ਹੋਇਆ ਕਿ ਤੁਸੀਂ ਆਪਣੇ ਜਿਹੜੇ ਆ ਅੰਗਦਾਨ ਕਰਨਾ ਚਾਹੁੰਦੇ ਹੋ ਜਾਂ ਨਹੀਂ।
ਹੁਣ ਜਿਹੜਾ ਤੇ ਅੰਗਦਾਨ ਕਰਨਾ ਚਾਹੁੰਦਾ ਟਿਕ ਮਾਰ ਕਰ ਦਿੰਦਾ ਕਿ ਮੈਂ ਕਰਨਾ ਚਾਹੁੰਦਾ, ਉਹਦੇ ਆਟੋਮੈਟਿਕਲੀ ਸਿਸਟਮ ਦੇ ਵਿੱਚ ਪੈ ਗਿਆ ਲੈਸ ਕੇ ਚਾਵਲਾ ਦਿਲਬਾਗ ਸਿੰਘ ਜਿੱਦਣ ਇਹਦੇ ਸਵਾਸ ਪੂਰੇ ਹੋਏ, ਜੇ ਇਹਦੇ ਸਰੀਰ ਦਾ ਕੋਈ ਪਾਰਟ ਕੰਮ ਆ ਰਿਹਾ, ਕੰਮ ਕਰ ਸਕਦਾ ਹੈ, ਤੇ ਉਹ ਕਿਸੇ ਲੋੜਵੰਦ ਨੂੰ ਉਸ ਉਮਰ ਦੇ ਹਿਸਾਬ ਦੇ ਨਾਲ ਦਿੱਤਾ ਜਾ ਸਕਦਾ, ਤੇ ਪਰਿਵਾਰ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਗੀ। ਪਰਿਵਾਰ ਦੀ ਕੋਈ ਸਹਿਮਤੀ ਲੈਣ ਦੀ ਲੋੜ ਨਹੀਂ, ਮੈਂ ਆਪਣੀ ਸਹਿਮਤੀ ਨਾਲ ਦਿੱਤਾ ਹੋਇਆ, ਬਲਕਿ ਸਾਡੇ ਸਾਰੇ ਪਰਿਵਾਰ ਨੇ ਦਿੱਤਾ ਹੋਇਆ, ਬਹੁਤ ਸਾਰੇ ਹੋਰ ਪਰਿਵਾਰ ਹੋਣਗੇ ਜਿਨ੍ਹਾਂ ਨੇ ਦਿੱਤਾ ਹੋਇਆ। ਬਟ ਜੇ ਮੈਂ ਆਪਣੇ ਪਰਿਵਾਰ ਨੂੰ ਦੇਣਾ ਚਾਹੁੰਦਾ, ਉਹਦੇ ਵਾਸਤੇ ਮੈਨੂੰ ਕਢਾਉਣ ਦੀ ਲੋੜ ਨਹੀਂ। ਸਰਕਾਰ ਨੇ ਲਿਸਟ ਦੇ ਵਿੱਚ ਪਾਇਆ ਵੀ ਤੁਸੀਂ ਸੁਚੇਤ, ਤੁਸੀਂ ਰਹੋ ਠੀਕ ਠਾਕ, ਅਸੀਂ ਕੋਸ਼ਿਸ਼ ਕਰਦੇ ਹਾਂ ਇਹਦੇ ਵਾਸਤੇ ਕੋਈ ਹੋਰ ਦਾਨੀ ਸੱਜਣ ਪਹਿਲਾਂ ਮਿਲ ਜਾਵੇ। ਇਸ ਤਰ੍ਹਾਂ ਦਾ ਇੱਥੇ ਸਿਸਟਮ ਹੈਗਾ। ਪਰ ਉੱਥੇ ਜੇ ਪਰਿਵਾਰ ਦੇਣਾ ਵੀ ਚਾਹੁੰਦਾ, ਤੇ ਪੱਟੀ ਸਾਹਿਬ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਉੱਥੇ ਇਹ ਫਾਰਮੈਲਿਟੀਆਂ ਹੀ ਨਹੀਂ ਪੂਰੀਆਂ ਹੋਣੀਆਂ, ਹਸਪੀਟਲ ਦੇ ਖਰਚੇ ਨਹੀਂ ਪੂਰੇ ਹੋਣੇ। ਠੀਕ ਹੈ ਨਾ ਮੇਰੀ ਗੱਲ? ਜੇ ਮੈਂ ਗਲਤ ਹਾਂ ਤਾਂ ਮੈਨੂੰ ਤੁਸੀਂ ਟੋਕ ਸਕਦੇ ਹੋ, ਕਿਉਂਕਿ ਮੈਂ ਕਿਸੇ ਵੇਲੇ ਵੇਗ ਦੇ ਵਿੱਚ ਆ ਕੇ ਗੱਲ ਕਰਦਾ। ਪਰ ਜਿੱਧਰ ਤੁਸੀਂ ਹੈਦਰਾਬਾਦ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਹਸਪੀਟਲ ਹੈ, ਉਹਨਾਂ ਕੋਲ ਐਕਸੀਡੈਂਟ ਦੇ ਕੇਸ ਹੁੰਦੇ ਆ, ਤੇ ਜੇ ਕਿਸੇ ਨੂੰ ਕੋਈ ਅੰਗ ਚਾਹੀਦਾ ਵੀ ਜਾ ਕੇ ਨੋਟ ਕਰਾ ਦਿੰਦਾ ਕਿ ਮੈਨੂੰ ਆਹ ਪ੍ਰੋਬਲਮ ਇਹ ਮੈਨੂੰ ਚਾਹੀਦਾ। ਉਹ ਹੈਦਰਾਬਾਦ ਵਾਲੇ ਜਿਹੜੇ ਐਕਸੀਡੈਂਟ ਕੇਸ ਹੁੰਦੇ ਆ ਨਾ, ਉਹ ਲੋਕ ਬੜੇ ਜਾਗਰੂਕ ਨੇ, ਉਹ ਕਹਿੰਦੇ ਆ ਕਿ ਜੇ ਇਹਦਾ ਕੋਈ ਅੰਗ ਦਾ ਕੰਮ ਉਹਦਾ ਵਰਤ ਲਓ ਜੀ, ਚਲੋ। ਉਹ ਫਿਰ ਮੈਂ ਫੋਨ ਕਰ ਦਿੰਦੇ, ਉੱਥੇ ਫਾਰਮੇਟੀ ਕੋਈ ਨਹੀਂ ਹੈਗੀ, ਬਹੁਤੇ ਲੋਕ ਜਾ ਕੇ ਉੱਥੋਂ ਆਪਣੀ ਟ੍ਰਾਂਸਪੋਰਟ ਕਰਾਉਂਦੇ ਜੀ। ਅੱਛਾ ਭੱਟੀ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਆਖਰੀ ਗੱਲ ਕਰੀ ਚਾਹੂੰਗਾ ਜੀ, ਆਖਰੀ ਗੱਲ ਕਰੀ ਚਾਹੂੰਗਾ। ਹਾਂਜੀ, ਇੱਕ ਬੜੀ ਵਧੀਆ ਗੱਲ ਆ, ਬਾਰਡਰ ਨੇ ਕੀਤਾ ਬਾਰਡਰ ਕ੍ਰਾਸ। ਅੱਛਾ, ਬਾਰਡਰ ਨੇ ਬਾਰਡਰ ਕ੍ਰਾਸ ਕਰ ਲਿਆ। ਠੀਕ ਹੈ ਜੀ, ਕੀ ਬਾਤ ਹੈ, ਚੰਗੀ ਗੱਲ ਹੈ। ਬੜੀ ਵੱਡੀ ਗੱਲ ਸੀ ਵੀ ਵੇਖੋ, ਐਸਐਸਪੀ ਸਾਹਿਬ ਨੇ ਉਸ ਤਰ੍ਹਾਂ ਲਿਖ ਕੇ ਦਿੱਤਾ ਸੀ ਬੱਚਾ ਇੱਥੇ ਪੈਦਾ ਹੋਇਆ ਵਾ, ਉਹ ਆਰਮੀ ਵਿੱਚ ਚਲੇਗਾ, ਤੇ ਵਿਦਨ ਇਹ ਡੇ ਆਰਮੀ ਨੇ ਆਪਣੀ ਰਿਪੋਰਟ ਭੇਜੀ, ਤੇ ਬਕਾਇਦਾ ਤੌਰ ਤੇ ਇੱਕ ਦਿਨ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਪਾਸਪੋਰਟ ਜਿਹੜਾ ਸੀ ਟੈਂਪਰੇਰੀ ਪਾਸਪੋਰਟ ਜਾਰੀ ਕਰ ਦਿੱਤਾ ਅੰਬੈਸੀ ਨੇ, ਪਾਕਿਸਤਾਨ ਅੰਬੈਸੀ ਨੇ, ਤੇ ਬਾਰਡਰ ਹੋ ਰਹੀ ਕੱਲ ਜਿਹੜੇ ਬਾਰਡਰ ਕ੍ਰਾਸ ਕਰ। ਸਰਕਾਰਾਂ ਜਦੋਂ ਕੰਮ ਕਰਨਾ ਚਾਹੁੰਦੀਆਂ ਨੇ ਨਾ ਭੱਟੀ ਸਾਹਿਬ, 1 ਮਿੰਟ ਲੱਗਦਾ। ਹੁਣ ਤੁਹਾਡੀ ਗੱਲ ਨਾਲ ਜੁੜਦੀ ਆ, ਅਸੀਂ ਇੰਡੀਅਨ ਕੌਂਸੂਲੇਟ ਆਫਿਸ ਨੂੰ ਕਈ ਵੇਲੇ ਸਾਡੇ ਕ੍ਰਿਟੀਸਾਈਜ਼ ਕਰਦੇ ਨੇ ਲੋਕ, ਚਲੋ ਅਫਸਰ ਕਿਸੇ ਵੇਲੇ ਡਿਪੈਂਡ ਕਰਦਾ ਅਫਸਰ ਤੇ। ਇੱਕ ਬੱਚੇ ਦੀ ਮਾਤਾ ਪੂਰੀ, ਇੱਕ ਮੁੰਡਾ ਸੀ, ਨੌਜਵਾਨ ਸੀ, ਸਾਡਾ ਲਿਸਨਰ ਸੀ, ਉਹਦੀ ਮਾਂ ਪੂਰੀ ਹੋ ਗਈ। ਹਾਂਜੀ, ਤੇ ਮੈਨੂੰ ਫੋਨ ਆਇਆ ਅੱਜ ਤੋਂ 10 ਸਾਲ ਪਹਿਲਾਂ, ਮੇਰੇ ਮਾਤਾ ਜੀ ਦੇ ਪੂਰੇ ਹੋਏ ਸੀਗੇ, ਮੈਂ ਵਾਪਸ ਹੀ ਆਇਆ ਸੀਗਾ, ਤੇ ਰੋਇਆ ਮੁੰਡਾ, ਤੇ ਮੈਂ ਇਹਨੂੰ ਕਿਹਾ ਕੀ ਗੱਲ ਹੋਈ? ਕਹਿੰਦਾ ਵੀ ਵੀਕਐਂਡ ਸੀਗਾ, ਲੌਂਗ ਵੀਕਐਂਡ, ਉਹ ਵੀ ਮਈ ਜੂਨ ਦਾ ਮਹੀਨਾ ਆਈ ਥਿੰਕ ਸੋ, ਤੇ ਮੈਨੂੰ ਕਹਿੰਦਾ ਮੇਰੀ ਮਾਂ ਪੂਰੀ ਹੋ ਗਈ ਹੈ, ਤੇ ਸਾਰੇ ਪਾਸੇ ਬੰਦ ਆ, ਮੈਨੂੰ ਵੀਜ਼ਾ ਚਾਹੀਦਾ, ਮੈਂ ਜਾਣਾ। ਮੈਂ ਕਿਹਾ ਭਰਾ, ਸਾਡੀ ਇੰਨੀ ਪਹੁੰਚ ਤੇ ਹੈ ਨਹੀਂ, ਪਰ ਆਫਿਸਰ ਚੰਗੇ ਆਏ ਨੇ, ਉਹ ਮਿਲਦੇ ਨੇ ਮੀਡੀਆ ਨੂੰ, ਮੈਂ ਫੋਨ ਕਰਕੇ ਵੇਖ ਲੈਣਾ। ਉਹਦੀ ਕਿਸਮਤ ਭਾਜੀ ਤੀਰਥ ਸਿੰਘ ਜੀ ਸ਼ਾਇਦ ਸੁਣਦੇ ਹੋਣ ਜਾਂ ਨਹੀਂ ਸੁਣਦੇ ਹੋਣ, ਜਾਣ ਦਾ ਕੋਈ ਵੈਲ ਵਿਸ਼ਰ ਸੁਣਦਾ ਹੋਵੇ ਜਾਂ ਕਿਤੇ ਬਾਅਦ ਸੁਣ ਲੈਣ। ਮੈਂ ਦੂਜੀ ਤੀਜੀ ਵਾਰੀ ਗੱਲ ਕਰ ਲਗਾ, ਸੱਚ ਹੈ, ਇੱਕ ਵੀ ਲਫ਼ਜ਼ ਇੱਧਰ ਉੱਧਰ ਨਹੀਂ ਹੋਊਗਾ। ਮੈਂ ਫੋਨ ਕੀਤਾ, ਮੈਂ ਕਿਹਾ ਜੀ ਇੱਦਾਂ ਕਰਕੇ ਮੇਰੇ ਨਾਲ ਇੱਕ ਸਾਡੇ ਸਰੋਤੇ ਨੇ, ਮੈਂ ਉਹਨਾਂ ਨੂੰ ਨਹੀਂ ਜਾਣਦਾ, ਉਹ ਮੈਨੂੰ ਜਾਣਦੇ ਨੇ, ਲਿਸਨਰ ਨੇ, ਉਹਨਾਂ ਦੀ ਮਾਤਾ ਪੂਰੀ ਹੋ ਗਈ ਆ, ਲੌਂਗ ਵੀਕਐਂਡ ਆ, ਅਤੇ ਉਹਨਾਂ ਨੂੰ ਇਮੀਡੀਏਟਲੀ ਵੀਜ਼ਾ ਚਾਹੀਦਾ, ਕਿਉਂਕਿ ਉੱਥੇ ਰੱਖਣ ਦਾ ਪ੍ਰਬੰਧ ਤਾਂ ਹੈ ਨਹੀਂ, ਪਰ ਫਿਰ ਵੀ ਕੁਝ ਹੋ ਸਕਦਾ। ਉਹ ਕਹਿੰਦੇ ਜੀ ਕੋਸ਼ਿਸ਼ ਕਰਦੇ ਆ, ਤੁਸੀਂ ਉਹਨਾਂ ਨੂੰ ਕਹੋ ਕਿ ਮੇਰੇ ਕੋਲ ਡਰਾਈਵਰ, ਅੱਛਾ ਵੇਖੋ, ਮੈਂ ਗੱਲ ਕਰਦਾ ਆਫਿਸਰ ਨੇ ਜਦੋਂ ਕੰਮ ਕਰਨਾ, ਕਹਿੰਦਾ ਮੇਰਾ ਡਰਾਈਵਰ ਵੀ ਛੁੱਟੀ 'ਤੇ ਗਿਆ, ਅਤੇ ਮੈਂ ਤਾਂ ਘਰੇ ਬੈਠਾ ਕੁੜਤੇ ਪਜਾਮੇ। ਮੈਂ ਕਿਹਾ ਭਾਜੀ ਮੈਂ ਆਪਣੀ ਗੱਡੀ ਲੈ ਕੇ ਆ ਜਾਂਦਾ। ਕਹਿੰਦੇ ਨਾ, ਮੈਂ ਟੈਕਸੀ ਲੈ ਕੇ ਜਾਂਦਾ, ਤੁਸੀਂ ਉਹਨਾਂ ਨੂੰ ਕਹੋ ਮੈਂ ਆਹ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਊਗਾ, ਮੈਨੂੰ ਆ ਕੇ ਮਿਲ ਲੈਣ, ਤੁਸੀਂ ਵੀ ਆਉਣਾ ਨਹੀਂ ਗਾ। ਉਹ ਬੰਦਾ ਗਿਆ, ਉੱਥੇ ਜਾ ਕੇ ਉਹਨਾਂ ਨੂੰ ਮਿਲਿਆ। ਅੱਛਾ ਦੇਖ, ਇੱਕ ਗੱਲ ਹੋਰ ਸੱਚਾਈ ਮੈਂ ਤੁਹਾਨੂੰ ਦੱਸਦਾ, ਫੋਟੋ ਦੀ ਜ਼ਰੂਰਤ ਹੁੰਦੀ ਆ। ਫੋਟੋ ਲੌਂਗ ਵੀਕਐਂਡ ਸੀ, ਫੋਟੋ ਕਿੱਥੋਂ ਖਿਚਾਵੇ? ਹੁਣ ਡਰਾਫਟ ਚਲੋ ਖੁੱਲ੍ਹਾ ਸੀ, ਉਹ ਬਣ ਗਿਆ ਕਿਸੇ ਸਮ ਹੋ ਜਾਂ ਕੋਈ, ਉਹਨਾਂ ਨੇ ਉਹਦੀ ਫੋਟੋ ਕਿਸ ਤਰੀਕੇ ਨਾਲ ਕ੍ਰੀਏਟ ਕਰਕੇ ਉਹਦਾ ਕੰਮ ਕੀਤਾ। ਇੱਦਾਂ ਦੇ ਅਫਸਰ ਵੀ ਹੈਗੇ ਆ। ਅਸੀਂ ਕ੍ਰਿਟੀਸਾਈਜ਼ ਕਰਨ ਨੂੰ ਕ੍ਰਿਟੀਸਾਈਜ਼ ਬਹੁਤ ਕਰਦੇ ਹਾਂ, ਕਿਸੇ ਵੇਲੇ ਮਾੜਾ ਚੰਗਾ ਬਹੁਤ ਟੀਮ ਤੇ ਚਲ ਜਾਂਦੇ, ਪਰ ਸਾਡੀਆਂ ਆਪਣੀਆਂ ਵੀ ਗਲਤੀਆਂ ਹੁੰਦੀਆਂ ਕਿਸੇ ਵੇਲੇ। ਇੱਦਾਂ ਦੇ ਅਫਸਰ ਵੀ ਹੈਗੇ, ਸਲੂਟ ਕਰਦੇ ਆ। ਪਰ ਵੇਖੋ, ਜੇ ਤੁਸੀਂ ਕਿਹਾ ਕਿ ਬਾਰਡਰ ਨੇ ਬਾਰਡਰ ਕ੍ਰਾਸ ਕੀਤਾ, ਤੇ ਆਰਮੀ ਦੀ ਤੁਸੀਂ ਵੇਖੋ ਸਰਵਿਸ 1 ਦਿਨ ਦੇ ਵਿੱਚ ਪਾਸਪੋਰਟ ਬਣ ਗਿਆ ਨਾ, ਬਣ ਜਾਂਦਾ। ਸਾਡੇ ਕੈਨੇਡਾ ਗੌਰਮੈਂਟ ਵੀ 6 ਘੰਟੇ ਜੀ ਪਾਸਪੋਰਟ ਦੇ ਦਿੰਦੀ ਆ। ਪਹਿਲਾਂ ਤੇ ਐਮਰਜੈਂਸੀ ਸੀ ਇਕੱਲੀ, ਤੇ ਟਿਕ ਮਾਰਕ ਕਰਨਾ ਹੁੰਦਾ ਸੀ, ਐਮਰਜੈਂਸੀ ਪਾਸਪੋਰਟ ਆ, ਉਹ 2 ਘੰਟੇ ਜੀ ਦੇ ਦਿੰਦੇ ਸੀ। ਤੇ ਸਾਡੇ ਨੇ ਵੇਖਿਆ ਵੀ ਐਮਰਜੈਂਸੀ ਟਿਕ ਮਾਰਕ ਕਰੋ,
ਤੇ ਫਿਰ ਉਹਨਾਂ ਨੇ ਕਹਿਤਾ ਵੀ ਹੁਣ ਐਮਰਜੈਂਸੀ ਆ ਤੇ 8 ਘੰਟਿਆਂ 'ਚ ਮਿਲ ਜੂਗਾ ਸ਼ਾਮ ਤੱਕ, ਪਰ ਇਹਦੇ ਪੈਸੇ ਐਕਸਟਰਾ ਲੱਗਣਗੇ। ਉਹਨਾਂ ਨੇ ਕਿਹਾ ਵੀ ਠੀਕ ਆ, ਸਾਡੇ ਹੀ ਕੁੰਡੀਆਂ ਦੇਣ ਵਾਲੇ ਹੁੰਦੇ ਨਾ ਵੀ ਇਹਦੇ ਪੈਸੇ ਐਕਸਟਰਾ ਲੈ ਲਓ, ਤੇ ਅਗਲੇ ਨੇ ਕਿਹਾ ਠੀਕ ਆ, ਰੈਵਨਿਊ ਆਉਂਦਾ ਕਿਉਂ ਨਹੀਂ। ਇਦਾਂ ਦੀਆਂ ਸਰਕਾਰਾਂ ਦੇ ਕੰਮ ਚੱਲਦੇ ਨੇ। ਬਹੁਤ ਬਹੁਤ ਧੰਨਵਾਦ। ਤੇ ਕਰਨ ਉਹਨਾਂ ਦਾ ਧੰਨਵਾਦ ਕਰ ਦਈਏ, ਉਹਨਾਂ ਨੇ ਸਾਨੂੰ 22 ਮਿੰਟ ਐਕਸਟਰਾ ਦਿੱਤੇ ਨੇ। ਕਰਨ ਥੈਂਕ ਯੂ। ਬਿਲਕੁਲ ਜੀ, ਬਿਲਕੁਲ ਬਿਲਕੁਲ। ਪੱਟੀ ਸਾਹਿਬ ਵੀ ਥੈਂਕ ਯੂ ਕਰਦੇ। ਕਰਨ ਉਹ ਵੀ ਕਹਿੰਦਾ ਮੇਰੇ ਨਾਲ ਵੀ ਥੈਂਕ ਯੂ ਜੀ। ਮੁੰਡਾ ਬੜਾ ਪਿਆਰਾ ਹੈ ਤੇ ਉਹ ਵੀ ਸ਼ੁੱਕਰਵਾਰ ਦੀ ਵੇਟ ਕਰਦਾ ਰਹਿੰਦਾ ਜੀ। ਹਾਂਜੀ, ਤੇ ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।